ਗੁਰੂ ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਨੇ, ਸਾਧੂਆਂ ਨੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਭੇਜ ਦਿੱਤਾ ਭਗਤੀ ਦਾ। ਬਈ ਜੋ ਭਗਤੀ ਹੈ ਉਹ ਭਗਤੀ ਅਸੀਂ ਕਿਵੇਂ ਕਰਨੀ ਹੈ ਅਤੇ ਭਗਤੀ ਹੈ ਕੀ ਹੈ। ਜੋ ਭਗਤੀ ਹੈ ਉਹ ਸ਼ੁਰੂ ਹੁੰਦੀ ਹੈ ਸਾਡੇ ਘਰ ਤੋਂ, ਚੌਥੇ ਪਦ ਤੋਂ। ਇੱਧਰ ਤਰੇ ਗੁਣਾਂ ਦੇ ਵਿੱਚ, 9 ਦਰਾਂ ਦੇ ਵਿੱਚ ਭਰਮ ਹੈ। ਇੱਧਰ ਅਸੀਂ ਭਗਤੀ ਨਹੀਂ ਕਰ ਸਕਦੇ। ਜਦੋਂ ਅਸੀਂ ਇੱਧਰ 9 ਦਰਾਂ ਤੋਂ ਉੱਪਰ ਉੱਠਦੇ ਹਾਂ, ਸਾਡਾ ਮਨ 10ਵੇਂ ਵਿੱਚ ਜਾਂਦਾ, ਉੱਥੇ ਫਿਰ ਅਸੀਂ ਉਹ ਸ਼ਬਦ ਗੁਰੂ ਨੂੰ ਸੁਣਦੇ ਹਾਂ ਜਿਹਦੇ ਨਾਲੋਂ ਸਾਡੀ ਲਿਵ ਟੁੱਟੀ ਹੈ। ਜਦੋਂ ਅਸੀਂ ਉਹ ਸ਼ਬਦ ਗੁਰੂ ਦੀ ਅਰਾਧਨਾ ਕਰਦੇ ਹਾਂ, ਉਹਦੀ ਸੇਵਾ ਕਰਦੇ ਸੁਣ ਕੇ, ਫਿਰ ਅਸੀਂ ਮਾਲਕ ਦੇ ਸਨਮੁਖ ਹੋ ਜਾਂਦੇ। ਮਾਲਕ ਦੇ ਸਨਮੁਖ ਹੋ ਕੇ ਅਸੀਂ ਮਾਲਕ ਦਾ ਜਦੋਂ ਹੁਕਮ ਮੰਨਦੇ, ਫਿਰ ਉਹ ਮਾਲਕ ਸਾਨੂੰ ਪਿਆਰ ਕਰਦੇ। ਜਿਵੇਂ ਆਪਾਂ ਸੰਸਾਰੀ ਤੌਰ 'ਤੇ ਦੇਖਦੇ ਹਾਂ ਵੀ ਬੱਚੇ ਜਦੋਂ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਆ ਜਾਂਦੇ, ਆਗਿਆਕਾਰੀ ਹੁੰਦੇ, ਉਹਨਾਂ ਦੇ ਕਹਿਣੇ ਮੁਤਾਬਕ ਚੱਲਦੇ, ਫਿਰ ਮਾਤਾ ਪਿਤਾ ਉਹਨਾਂ ਨੂੰ ਪਿਆਰ ਕਰਦੇ। ਇਸੇ ਤਰ੍ਹਾਂ ਹੀ ਜਦੋਂ ਸਾਡਾ ਮਨ ਹੁਕਮ ਦੇ ਵਿੱਚ ਆ ਜਾਂਦਾ, ਫਿਰ ਉਹ ਮਾਲਕ ਸਾਨੂੰ ਪਿਆਰ ਕਰਦੇ ਅਤੇ ਇਹ ਪਿਆਰ ਹੀ ਭਗਤੀ ਹੈ। ਮਹਾਰਾਜ ਕਹਿੰਦੇ ਵੀ ਗੁਰਮੁਖ ਫਿਰ ਉਹ ਸ਼ਬਦ ਦੀ ਵਿਚਾਰ ਕਰਦੇ, ਨਾਮ ਦੀ, ਅਤੇ ਮਾਲਕ ਦੇ ਨਾਲ ਪ੍ਰੀਤ, ਇਹੋ ਭਗਤੀ। ਫਰਮਾਉਂਦੇ ਨੇ ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੀ ਵਿਚਾਰ, ਅਖੰਡ ਭਗਤ ਨਾ ਹੋਵੇ ਦੁਬਦਾ ਬੋਲ ਖਵਾਰ। ਸਤਿਗੁਰੂ ਕਹਿੰਦੇ ਭਗਤੀ ਕੀ ਹੈ?
ਵੀ ਮਾਲਕ ਦਾ ਪ੍ਰੇਮ ਹੀ ਇਹ ਭਗਤੀ ਹੈ, ਇਹ ਪ੍ਰੇਮਾ ਭਗਤੀ ਹੈ ਵੀ ਸਾਡੀ ਮਾਲਕ ਦੇ ਨਾਲ ਪ੍ਰੀਤ ਪੈ ਜੀ, ਇਹ ਭਗਤੀ ਹੈ। ਹੌਲੇ ਭਗਤੀ ਪਖੰਡ ਨਾਲ ਨਹੀਂ ਹੁੰਦੀ, ਦੁਬਦਾ ਦੇ ਨਾਲ ਨਹੀਂ ਅਸੀਂ ਕਰ ਸਕਦੇ, ਕਿਉਂਕਿ ਦੁਬਦਾ ਦੇ ਵਿੱਚ ਸਾਡਾ ਪਿਆਰ ਨਹੀਂ ਪਏਗਾ ਮਾਲਕ ਨਾਲ। ਦੁਬਦਾ ਦੇ ਵਿੱਚ ਅਸੀਂ ਖਵਾਰ ਹੋਵਾਂਗੇ, ਅਸੀਂ ਫਿੱਕੇ ਬੋਲ ਬੋਲਾਂਗੇ, ਮਾੜੇ ਬੋਲ ਬੋਲਾਂਗੇ, ਅਤੇ ਉਹ ਤੋਂ ਪਤਾ ਲੱਗਦਾ ਵੀ ਸਾਡੀ ਪ੍ਰੀਤ ਨਹੀਂ ਮਾਲਕ ਨਾਲ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹ ਪ੍ਰੇਮਾ ਭਗਤੀ, ਜਦ ਤੱਕ ਸਾਡੀ ਮਾਲਕ ਨਾਲ ਪ੍ਰੀਤ ਨਹੀਂ, ਉਹਨਾਂ ਸਮਾਂ ਭਗਤੀ ਹੁੰਦੀ ਨਹੀਂ। ਬਿਨ ਪ੍ਰੀਤੀ ਭਗਤ ਨਾ ਹੋ ਗਈ, ਬਿਨ ਸਤਿਗੁਰ ਨਾਲ ਲੱਗੀ ਪਿਆਰ। ਬਈ ਜਾ ਕੇ ਪ੍ਰੀਤ ਨਹੀਂ, ਇਹ ਪ੍ਰੇਮਾ ਭਗਤੀ ਉਹਨਾਂ ਸਮਾਂ ਹੁੰਦੀ ਨਹੀਂ। ਸਤ ਸੰਗਤ ਤੋਂ ਬਿਨਾਂ ਸਾਡੇ ਅੰਦਰ ਹੀ ਪ੍ਰੇਮ ਪੈਦਾ ਨਹੀਂ ਹੁੰਦਾ, ਕਿਉਂਕਿ ਜਦ ਤੱਕ ਸਾਨੂੰ ਗਿਆਨ ਨਹੀਂ, ਸੋਝੀ ਨਹੀਂ, ਉਹਨਾਂ ਸਮਾਂ ਅਸੀਂ ਜਿਹੜਾ ਪਿਆਰ ਵੀ ਕਰਦੇ ਹਾਂ ਉਹ ਪਿਆਰ ਸਾਡਾ ਸਵਾਰਥ ਵਾਲਾ ਸੰਸਾਰ ਦੇ ਵਿੱਚ। ਅਸੀਂ ਕਿਸੇ ਨਾ ਕਿਸੇ ਮੰਗ ਦੇ ਵਿੱਚ ਰਹਿੰਦੇ ਹਾਂ। ਤ੍ਰੈ ਗੁਣਾਂ ਦਾ ਜਿਹੜਾ ਪਿਆਰ ਉਹਦੇ ਵਿੱਚ ਸਵਾਰਥ ਹੁੰਦਾ, ਮਾਇਆ ਦਾ ਕੋਈ ਨਾ ਕੋਈ। ਇਸ ਵਾਸਤੇ ਫਿਰ ਜਦੋਂ ਅਸੀਂ ਸਤਸੰਗ ਦੇ ਵਿੱਚ ਆਉਂਦੇ ਹਾਂ, ਫਿਰ ਸਾਨੂੰ ਭੇਦ ਆਉਂਦਾ ਵੀ ਅਸੀਂ ਸਵਾਰਥ ਨਹੀਂ ਰੱਖਣਾ, ਫਿਰ ਇਹ ਸਾਡਾ ਆਤਮਿਕ ਪ੍ਰੇਮ ਬਣਦਾ, ਜਿਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਬਈ ਸਤ ਸੰਗਤ ਤੋਂ ਬਿਨਾਂ ਸਾਡੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਅਤੇ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਕਿਉਂਕਿ ਪ੍ਰੇਮ ਹੀ ਭਗਤੀ ਹੈ। ਬਈ ਮਾਲਕ ਦੇ ਨਾਲ ਸਾਡੀ ਪ੍ਰੀਤ ਪੈ ਜੇ ਸਾਡੀ ਪ੍ਰੀਤ ਹੈ ਅਤੇ ਉਹ ਭਗਤੀ ਹੈ। ਹੜਾਵਾ ਨੂੰ ਫਿਰ ਸਮਝਾਉਂਦੇ ਬਈ ਇਹ ਜਿਹੜੀ ਪ੍ਰੀਤ ਇਹ ਸੰਸਾਰ ਦਾ ਕੋਈ ਪਦਾਰਥ ਦੇ ਕੇ ਨਹੀਂ ਪੈਂਦੀ। ਅਸੀਂ ਆਖੀਏ ਵੀ ਅਸੀਂ ਸੰਸਾਰ ਦਾ ਬਹੁਤਾ ਧਨ ਦੇ ਲਈਏ, ਜਾਂ ਅਸੀਂ ਸੰਸਾਰ ਦੇ ਪਦਾਰਥ ਦੇ ਕੇ ਵੀ ਇਹ ਸਾਨੂੰ ਪ੍ਰੀਤ ਮਿਲ ਜੇ, ਮਾਲਕ ਦਾ ਸਾਡੇ ਨਾਲ ਪ੍ਰੇਮ ਪੈ ਜੇ, ਇੱਦਾਂ ਨਹੀਂ ਪੈਂਦਾ। ਇਸ ਲਈ ਮਹਾਰਾਜ ਕਹਿੰਦੇ ਵੀ ਮਾਲਕ ਇੱਦਾਂ ਵਸ ਨਹੀਂ ਆਉਂਦਾ ਉਹ, ਬਈ ਚਾਹੇ ਅਸੀਂ ਕਿੰਨਾ ਦਾਨ ਦੇਈਏ, ਕਿੰਨਾ ਅਸੀਂ ਤੀਰਥਾਂ 'ਤੇ ਜਾਈਏ, ਇਸ਼ਨਾਨ ਕਰੀਏ, ਕਿੰਨਾ ਅਸੀਂ ਸਾਰੀ ਧਰਤੀ ਸਾਰੀ ਲਕਾਈ ਘੁੰਮ ਲਈਏ, ਬਈ ਉਹ ਇਸ ਤਰ੍ਹਾਂ ਵਸ ਵਿੱਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨਾ ਤੂੰ ਆਵੇ ਵਸ ਬਹੁਤਾ ਦਾਨ ਦੇ। ਬਈ ਕਿੰਨਾ ਵੀ ਜੀਵ ਆਖੇ ਵੀ ਮੈਂ ਬੜਾ ਦਾਨੀ ਹਾਂ, ਮੈਂ ਬਹੁਤ ਦਾਨ ਕਰਦਾ, ਅਤੇ ਆਖੀਏ ਵੀ ਉਹ ਮਾਲਕ ਸਾਡਾ ਉਹ ਵਸ ਵਿੱਚ ਆ ਜੇ, ਉਹ ਨਹੀਂ ਆਉਂਦਾ ਇੱਥੇ। ਚਾਹੇ ਅਸੀਂ ਵੇਦਾਂ ਨੂੰ ਪੜ੍ਹੀਏ ਜਾਂ ਅੱਗੇ ਪੜ੍ਹਾਈਏ, ਜੇ ਆਖੀਏ ਇਹਦਾ ਵਸ 'ਚ ਆ ਜੇ, ਉਹ ਨਹੀਂ ਆਉਂਦਾ। ਨਾ ਤੂੰ ਆਵੇ ਵਸ ਵੇਦ ਪੜ੍ਹਾਵਣੇ, ਵੀ ਚਾਹੇ ਅਸੀਂ ਆਪ ਵੀ ਪੜ੍ਹੀਏ ਅੱਗੇ ਵੀ ਪੜ੍ਹਾਈਏ, ਆਖੀਏ ਵੀ ਉਹ ਵਸ 'ਚ ਆ ਜੇ, ਇੱਦਾਂ ਨਹੀਂ ਆਉਂਦਾ। ਅਤੇ ਜੇ ਜੀਵ ਤੀਰਥਾਂ 'ਤੇ ਜਾਂਦਾ, ਮਹਾਰਾਜ ਕਹਿੰਦੇ ਨਾ ਤੂੰ ਆਵੇ ਵਸ ਤੀਰਥ ਨਹਾਈਏ, ਨਾ ਤੂੰ ਆਵੇ ਵਸ ਧਰਤੀ ਧਾਈਏ। ਬਈ ਇੱਦਾਂ ਮਾਲਕ ਵਸ ਵਿੱਚ ਨਹੀਂ ਆਉਂਦਾ। ਅਤੇ ਫਿਰ ਕਹਿੰਦੇ ਵੀ ਜੇ ਉਹ ਵਸ ਵਿੱਚ ਹੈ ਤਾਂ ਕਿਹਦੇ? ਉਹ ਭਗਤਾਂ ਦੇ, ਕਿਉਂਕਿ ਜਿਨ੍ਹਾਂ ਨੇ ਉਹਦੇ ਨਾਲ ਪ੍ਰੀਤ ਪਾਈ। ਸਭ ਕੁਛ ਤੇਰੇ ਵਸ ਆਗਮ ਅਗੋਚਰਾ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਬਈ ਜੇ ਤੂੰ ਵਸ ਹੈ ਤਾਂ ਤੂੰ ਭਗਤਾਂ ਨੇ ਤੈਨੂੰ ਵਸ ਕੀਤਾ। ਅਤੇ ਕਿਵੇਂ ਕੀਤਾ? ਪਿਆਰ ਦੇ ਵਿੱਚ, ਮਾਲਕ ਨਾਲ ਪ੍ਰੀਤ ਪਾ ਕੇ। ਹੌਲੀ ਇਸ ਕਰਕੇ ਫਿਰ
ਮਾਲਕ ਕਹਿੰਦੇ ਵੀ ਮੇਰੀ ਵਧੀ ਹੋਈ ਜਿਹੜੀ ਉਹ ਭਗਤ ਤਾਂ ਛਡਾ ਦਿੰਦਾ, ਪਰ ਭਗਤ ਦੀ ਵਧੀ ਹੋਈ ਮੇਰੇ ਤੋਂ ਨਹੀਂ ਛੁੱਟਦੀ। ਉਹ ਇੰਨਾ ਪਿਆਰ ਦੇ ਵਿੱਚ ਇੰਨਾ ਆਪਾਂ ਨੂੰ ਪਿਆਰ ਕਰਦੀ, ਉਹ ਪਿਆਰ ਦੀ ਅਵਸਥਾ 'ਚ ਮਹਾਰਾਜ ਕਹਿੰਦੇ ਮੇਰੀ ਵਾਦੀ ਭਗਤ ਛਡਾਵੇ, ਵਾਦੀ ਭਗਤ ਨਾ ਛੂਟੇ ਮੋਹੇ। ਵੀ ਮੇਰੀ ਵਾਦੀ ਭਗਤ ਤਾਂ ਛਡਾ ਲੈਂਦੇ, ਪਰ ਭਗਤਾਂ ਦਾ ਵਾਦੀ ਮੈਂ ਨਹੀਂ ਛਡਾ ਸਕਦਾ। ਹੁਣ ਆਪਾਂ ਨੂੰ ਫਿਰ ਭਗਤਾਂ ਨੇ ਦੱਸਿਆ ਵੀ ਕਿਵੇਂ ਉਹਨਾਂ ਨੇ ਪ੍ਰੀਤ ਪਾਈ, ਕਿਵੇਂ ਉਹਨਾਂ ਨੇ ਪ੍ਰੇਮਾ ਭਗਤੀ ਕੀਤੀ। ਉਹ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਾਰਾ ਭੇਜ ਦਿੰਦੀ। ਜਿਹੜਾ ਪ੍ਰੇਮ ਦਾ ਮਾਰਗ, ਜਿਹੜਾ ਰਸਤਾ ਅਸੀਂ ਭੁੱਲ ਚੁੱਕੇ ਹਾਂ, ਜਿਹੜਾ ਅਸੀਂ ਛੱਡ ਚੁੱਕੇ ਹਾਂ, ਮਾਰੇ ਕਹਿੰਦੇ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ। ਬਈ ਜਿਹੜਾ ਪ੍ਰੇਮ ਦਾ ਮਾਰਗ ਸੀ, ਪ੍ਰੇਮ ਦਾ ਰਾਹ ਸੀ, ਪ੍ਰੇਮ ਦਾ ਪੰਥ, ਉਹਨੂੰ ਅਸੀਂ ਛੱਡ ਦਿੱਤਾ ਅਤੇ ਅਸੀਂ ਕਿਹੜੇ ਪੰਥ 'ਤੇ ਚੱਲੇ ਜਿਹਦੇ 'ਤੇ ਸਵਾਰਥ ਹੈ, ਜਿਹਦੇ 'ਤੇ ਲੋਭ ਹੈ, ਜਿਹਦੇ 'ਤੇ ਲਾਲਚ ਹੈ। ਉਹ ਮਾਰਗ 'ਤੇ ਅਸੀਂ ਚੱਲੇ ਜਿਹਦੇ 'ਤੇ ਵੈਰ ਵਿਰੋਧ ਹੈ, ਜਿਹਨੂੰ ਧਾਤ ਦਾ ਮਾਰਗ ਕਹਿੰਦੇ, ਫਿਰ ਧਾਤ ਦਾ ਰਸਤਾ ਕਹਿੰਦੇ। ਆਪਾਂ ਨੂੰ ਫਿਰ ਭਗਤਾਂ ਨੇ ਸਮਝਾਇਆ ਬਈ ਅਸੀਂ ਮਾਲਕ ਦੇ ਨਾਲ ਜਿਹੜੀ ਪ੍ਰੀਤ ਪਾਈ, ਬਈ ਉਹ ਕੋਈ ਸੰਸਾਰੀ ਧਨ ਦੌਲਤ ਦੇ ਕੇ ਨਹੀਂ ਮਿਲਦੀ, ਜਾਂ ਕੰਚਨ ਸੋਨਾ ਦੇ ਕੇ ਆਪਦੇ ਬਰਾਬਰ। ਮਹਾਰਾਜ ਕਹਿੰਦੇ ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਬਈ ਉਹ ਤੋਲ ਕੇ ਕੰਚਨ ਸੋਨੇ ਦੇ ਨਾਲ ਜੇ ਆਖੀਏ ਵੀ ਉਹਦੇ ਨਾਲ ਪ੍ਰੀਤ ਪੈ ਜੇ, ਪ੍ਰੇਮਾ ਭਗਤੀ ਅਸੀਂ ਕਰ ਲਈਏ, ਨਹੀਂ ਕਰ ਸਕਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੰਸਾਰ ਦੇ ਵਿੱਚ ਤਾਂ ਜੀਵ ਕੋਈ ਕਿੰਨਾ ਵੀ ਦਾਨ ਕਰੇ, ਕਿੰਨੇ ਜਿਵੇਂ ਪੁਰਾਣੇ ਸਮੇਂ ਵਿੱਚ ਜੀਵ ਹਾਥੀ ਘੋੜੇ ਉਹ ਦਾਨ ਕਰ ਦਿੰਦੇ, ਧਰਤੀ ਭੂਮ ਦਾਨ ਕਰ ਦਿੰਦੇ, ਆਪਦੇ ਬਰਾਬਰ ਤੋਲ ਕੇ ਸੋਨਾ ਦਾਨ ਕਰਦੇ, ਜਾ ਕੇ ਜਿਵੇਂ ਇਸਤਰੀਆਂ ਉਹ ਦਾਨ ਕਰ ਦਿੰਦੇ ਗਾਹਾਂ। ਮਹਾਰਾਜ ਕਹਿੰਦੇ ਵੀ ਕਿੰਨਾ ਵੀ ਕੋਈ ਇੱਦਾਂ ਸੰਸਾਰ ਦੇ ਵਿੱਚ ਦਾਨ ਕਰੇ, ਨਾਮ ਦੇ ਇੱਕ ਤਿਲ ਬਰਾਬਰ ਬਣੀ ਹੈ, ਉੱਥੇ ਤੱਕ ਨਹੀਂ ਪਹੁੰਚ ਸਕਦਾ ਜੇ ਅਸੀਂ ਆਖੀਏ ਬਈ ਅਸੀਂ ਮਾਲਕ ਦੇ ਨਾਲ ਇੱਦਾਂ ਪ੍ਰੀਤ ਪਾਲਾਂਗੇ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਅਸ ਦਾਨ ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸਾ ਦਾਨ ਨਿਤ ਨਿਤ ਕੀਜੇ, ਆਤਮ ਕੋ ਨਿਰਮੈਲ ਕੀਜੇ, ਆਪ ਬਰਾਬਰ ਕੰਚਨ ਦੀਜੇ, ਰਾਮ ਨਾਮ ਸਰ ਤੌਰ ਨਾ ਪੂਜੇ। ਬਈ ਇੰਨਾ ਦਾਨ ਕੋਈ ਰੋਜ਼ ਕਰੇ, ਐਸਾ ਦਾਨ ਨਿਤ ਨਿਤ ਕੀਜੇ, ਆਪ ਬਰਾਬਰ ਕੰਚਨ ਦੀਜੇ। ਵੀ ਇੱਦਾਂ ਦਾ ਰੋਜ਼ ਜੀਵ ਦਾਨ ਕਰੇ, ਆਪਦੇ ਬਰਾਬਰ ਤੋਲ ਕੇ ਸੋਨਾ ਦੇਵੇ, ਰੋਜ਼ ਹਾਥੀ ਘੋੜੇ, ਰੋਜ਼ ਭੂਮ ਦਾਨ ਕਰੇ। ਇੰਨਾ ਦਾਨ ਕਰਨ ਦੇ ਬਾਵਜੂਦ ਵੀ ਜੇ ਆਖੇ ਬਈ ਮੈਂ ਨਾਮ ਤੱਕ ਪਹੁੰਚ ਜਾ, ਅਤੇ ਮਹਾਰਾਜ ਕਹਿੰਦੇ ਨਾਮ ਦੇ ਤਾਂ ਇੱਕ ਤਿਲ ਬਰਾਬਰ ਵੀ ਨਹੀਂ ਹੈ ਸਾਰਾ ਕੁਛ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਸਾਡੇ ਮਨ ਵਾਸਤੇ ਜਿਹੜਾ ਹੈ ਅਸਲ ਧਨ ਉਹ ਨਾਮ ਹੈ। ਇਹ ਜਿਹੜਾ ਸਰੀਰ ਹੈ, ਇਹ ਸਰੀਰ ਵੀ ਨਾਸਵਾਨ ਹੈ, ਅਤੇ ਇਹਦੇ ਨਾਲ ਜਿਹੜੇ ਜੁੜੇ ਹੋਏ ਪਦਾਰਥ ਨੇ ਉਹ ਵੀ ਨਾਸਵਾਨ ਨੇ। ਜੇ ਹੁਣ ਅਸੀਂ ਆਖੀਏ ਵੀ ਅਸੀਂ ਸਰੀਰ ਵਾਸਤੇ ਬਹੁਤ ਕਰਦੇ ਹਾਂ, ਸਰੀਰ ਤਾਂ ਇੱਥੇ ਹੀ ਰਹਿ ਜਾਣਾ, ਅਤੇ ਜਿਹੜਾ ਇਹਨੂੰ ਕੀਤਾ ਹੋਇਆ ਦਾਨ ਪੁੰਨ ਉਹ ਵੀ ਇੱਥੇ ਹੀ ਰਹਿ ਜਾਣਾ। ਜਦੋਂ ਸਰੀਰ ਹੀ ਇੱਥੇ ਰਹਿ ਗਏ, ਅੱਗੇ ਜਾਣਾ ਮਨ ਨੇ, ਅਤੇ ਮਨ ਦਾ ਸਾਰਾ ਕੁਛ ਵੱਖਰਾ ਹੈ। ਇਹ ਸਰੀਰ ਦਾ ਵੱਖਰਾ, ਤਨ ਦਾ, ਮਨ ਦਾ ਵੱਖਰਾ ਹੈ। ਹੁਣ ਜੇ ਅਸੀਂ ਧਨ ਵਾਸਤੇ ਬਹੁਤ ਧਨ ਇਕੱਠਾ ਕੀਤਾ, ਇਹ ਧਨ ਮਨ ਵਾਸਤੇ ਨਹੀਂ ਹੈ, ਇਹ ਧਨ ਨੇ ਸਾਡੇ ਨਾਲ ਨਹੀਂ ਜਾਣਾ। ਇਹ ਧਨ ਇੱਥੇ ਹੀ ਇਕੱਠਾ ਕੀਤਾ ਹੋਇਆ, ਇੱਥੇ ਹੀ ਅਸੀਂ ਛੱਡ ਜਾਣਾ। ਇਹ ਰੋਜ਼ ਦੀ ਰੋਜ਼ ਆਪਾਂ ਛੱਡ ਜਾਂਦੇ। ਜਦੋਂ ਹੁਣ ਆਪਾਂ ਰਾਤ ਨੂੰ ਪਾਉਣ ਤੋਂ ਵੱਖ ਹੋ ਜਾਂਦੇ, ਆਪਦੇ ਘਰ ਚਲੇ ਜਾਂਦੇ, ਇਹ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ।
ਇਥੋਂ ਅਸੀਂ ਨਾਲ ਨਹੀਂ ਲਿਜਾ ਸਕਦੇ। ਜੇ ਹੁਣ ਨਹੀਂ ਆਪਾਂ ਨਾਲ ਲਿਜਾ ਸਕਦੇ ਤੇ ਅੰਤ ਸਮੇਂ ਇਥੋਂ ਅਸੀਂ ਕੁਛ ਨਾਲ ਹੀ ਲੈ ਕੇ ਜਾਣਾ ਜਦੋਂ ਰੋਜ਼ ਦੀ ਰੋਜ਼ ਨਹੀਂ ਲਿਜਾ ਸਕਦੇ। ਇਸ ਵਾਸਤੇ ਕਹਿੰਦੇ ਵੀ ਜਿਹਨੇ ਨਾਲ ਜਾਣਾ ਉਹ ਹੈ ਨਾਮ ਧਨ, ਤੇ ਨਾਮ ਤੋਂ ਬਿਨਾਂ ਜੀਵਨ ਨਿਰਧਨ। ਮਹਾਰਾਜ ਕਹਿੰਦੇ ਬਿਨ ਨਾਮੇ ਸਭ ਕੋਈ ਨਿਰਧਨ, ਸਤਿਗੁਰ ਬੂਝ ਬੁਝਾਈ। ਸਤਿਗੁਰਾਂ ਨੇ ਆਪਾਂ ਨੂੰ ਸੋਝੀ ਦਿੱਤੀ, ਸਮਝਾਇਆ ਵੀ ਨਾਮ ਤੋਂ ਬਿਨਾਂ ਅਸੀਂ ਨਿਰਧਨ। ਨਿਰਧਨ ਹੁੰਦਾ ਗਰੀਬ, ਬਈ ਜਿਹਦੇ ਪੱਲੇ ਧਨ ਨਹੀਂ ਉਹ ਗਰੀਬ, ਜਿਹਦੇ ਪੱਲੇ ਨਾਮ ਧਨ ਨਹੀਂ। ਇਹ ਜਿਹੜਾ ਸੰਸਾਰ ਦਾ ਅਸੀਂ ਕਹਿੰਦੇ ਹਾਂ ਵੀ ਆ ਅਮੀਰ ਆ ਗਰੀਬ ਹੈ ਜੀ, ਸੰਸਾਰੀ ਧਨ ਕਰਕੇ। ਮਹਾਰਾਜ ਕਹਿੰਦੇ ਵੀ ਇਹ ਤਾਂ ਸਰੀਰ ਵੀ ਇੱਥੇ ਹੀ ਰਹਿ ਜਾਣਾ ਅਤੇ ਇਹ ਤਾਂ ਧਨ ਵੀ ਇੱਥੇ ਹੀ ਰਹਿ ਜਾਣਾ। ਇੱਥੋਂ ਅਸੀਂ ਕੁਝ ਨਾਲ ਤਾਂ ਲਿਜਾ ਕੇ ਜਾ ਹੀ ਨਹੀਂ ਸਕਦੇ। ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਇਹਦਾ ਖੇਲ ਹੈ ਵੀ ਦੋਵੇਂ ਇਹ ਆਪਸ ਵਿੱਚ ਹੈ ਤਾਂ ਭਰਾ ਭਰਾ, ਸਰ ਧਨ ਨਿਰਧਨ ਦੋਨੋਂ ਭਾਈ। ਬਈ ਚਾਹੇ ਕਿਸੇ ਕੋਲ ਜ਼ਿਆਦਾ ਧਨ ਹੈ, ਕਿਸੇ ਕੋਲ ਘੱਟ ਹੈ, ਮਨ ਤਾਂ ਦੋਵੇਂ ਭਾਈ ਭਾਈ ਨੇ, ਅਕਾਲ ਪੁਰਖ ਦੇ ਬੱਚੇ ਨੇ। ਸਰ ਧਨ ਨਿਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨ ਮੇਟੀ ਜਾਈ। ਕਹਿਤ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਵੀ ਉਹ ਨਿਰਧਨ ਜਿਹਦੇ ਪੱਲੇ ਨਾਮ ਨਹੀਂ ਹੈ, ਜਿਹੜਾ ਨਾਮ ਤੋਂ ਟੁੱਟਿਆ ਹੋਇਆ, ਉਹਨੂੰ ਕਹਿੰਦੇ ਵੀ ਇਹ ਗਰੀਬ ਹੈ, ਇਹ ਨਿਰਧਨ। ਹੁਣ ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਇਹ ਕਮਾਈ ਕਰੋ ਨਾਲ ਨਾਲ ਨਾਮ ਦੀ, ਵੀ ਤਾਂ ਕਿ ਨਿਰਧਨ ਨਾ ਰਹੋ। ਜੇ ਅਸੀਂ ਨਿਰਧਨ ਨਹੀਂ ਰਹੇ, ਅਸੀਂ ਨਾਮ ਧਨ ਨਾ ਖੱਟੇ, ਨਾ ਕਮਾਈ ਕੀਤੀ, ਅਤੇ ਫਿਰ ਅਸੀਂ ਜੀਵਨ ਦੀ ਬਾਜੀ ਨੂੰ ਇੱਥੋਂ ਹਾਰ ਕੇ ਜਾਵਾਂਗੇ। ਜਦੋਂ ਇੱਥੋਂ ਸਾਨੂੰ ਲੈ ਕੇ ਜਾਣਗੇ ਬੇਪੱਤ ਬੇਇੱਜ਼ਤ ਕਰਕੇ ਲੈ ਕੇ ਜਾਣਗੇ ਜਮ। ਸੰਸਾਰ ਦਾ ਚਾਹੇ ਜੀਵਨ ਨੇ ਕਿੰਨਾ ਵੀ ਧਨ ਇਕੱਠਾ ਕੀਤਾ, ਚਾਹੇ ਕਿੰਨਾ ਉਹਦੇ ਕੋਲ ਰਾਜ ਭਾਗ ਹੈ, ਕਿੱਡਾ ਵੱਡਾ ਉਹਦੇ ਕੋਲ ਅਹੁਦਾ ਸੰਸਾਰ ਦਾ, ਕਿੰਨੀ ਉਹਦੇ ਕੋਲ ਧਨ ਦੌਲਤ ਹੈ, ਪਰ ਜੇ ਉਹਦੇ ਪੱਲੇ ਨਾਮ ਨਹੀਂ, ਇਹ ਸਾਰਾ ਕੁਛ ਇੱਥੇ ਹੀ ਰਹਿ ਜਾਣਾ। ਅਤੇ ਜਦੋਂ ਮਨ ਨੂੰ ਲੈ ਕੇ ਜਾਣਾ, ਉਹਨੂੰ ਨੰਗੀਆਂ ਕਰਕੇ ਲੈ ਕੇ ਜਾਣਾ, ਬੇਇੱਜ਼ਤ ਬੇਪੱਤ ਕਰਕੇ ਲੈ ਕੇ ਜਾਣਗੇ। ਮਹਾਰਾਜ ਕਹਿੰਦੇ ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੀ ਨੰਗ। ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਮੇ ਪੱਤ ਗਿਆ ਗਵਾਈ। ਬਈ ਨਾਮ ਤੋਂ ਬਿਨਾਂ ਜੀਵ ਬੇਪੱਤ ਹੋ ਕੇ ਜਾਂਦਾ, ਤੋਂ ਬੇਇੱਜ਼ਤ ਹੋ ਕੇ ਜਾਂਦਾ। ਉਹਦੀ ਕੋਈ ਇੱਜ਼ਤ ਨਹੀਂ ਹੈ ਜਿਹਦੇ ਪੱਲੇ ਨਾਮ ਨਹੀਂ ਹੈ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਬਈ ਤੁਸੀਂ ਇਹ ਨਾਮ ਤੱਕ ਪਹੁੰਚੋ, ਇਹ ਨਾਮ ਧਨ ਦੀ ਪ੍ਰਾਪਤੀ ਕਰੋ। ਹੁਣ ਨਾਮ ਧਨ ਦੀ ਪ੍ਰਾਪਤੀ ਕਰ ਲੈਣਾ ਹੀ ਇਹ ਭਗਤੀ, ਇਹੋ ਸਾਡਾ ਪ੍ਰੇਮ ਹੈ ਮਾਲਕ ਦੇ ਨਾਲ। ਹੁਣ ਇਹ ਨਾਮ ਤੱਕ ਪਹੁੰਚਣ ਵਾਸਤੇ ਅਸੀਂ ਇਹ ਪਾਉਣ ਤੋਂ ਅੱਡ ਹੋਣਾ ਸਿੱਖਣਾ ਹੁੰਦਾ, ਕਿਉਂਕਿ ਇਸ ਦੇਸ਼ ਦਾ ਜਿਹੜਾ ਖੇਲ ਇਹ ਪਾਉਣ ਦੁਆਰਾ ਚੱਲਦਾ। ਮਹਾਰਾਜ ਕਹਿੰਦੇ ਪਾਉਣੇ ਖੇਲ ਕੀਆ ਸਭ ਥਾਈਂ, ਕਲਾ ਖੀਚ ਟਹਾਈਂਦਾ। ਬਈ ਇੱਧਰ ਜਿਉਂ ਹੀ ਅਸੀਂ ਆਉਂਦੇ ਹਾਂ, ਪਾਉਣ ਵਿੱਚ ਸਾਡਾ ਮਨ ਪ੍ਰਵੇਸ਼ ਹੁੰਦਾ ਹੈ, ਇਹ ਨੌਂਦਰ ਖੁੱਲ੍ਹ ਜਾਂਦੇ, ਦਰਵਾਜ਼ੇ ਖੁੱਲ੍ਹ ਜਾਂਦੇ ਅਤੇ ਖੇਡ ਸ਼ੁਰੂ ਹੋ ਜਾਂਦਾ। ਹੁਣ ਜਦ ਤੱਕ ਅਸੀਂ ਪਾਉਣ 'ਚ ਮਿਲੇ ਹੋਏ ਹਾਂ, ਸਾਡਾ ਮਨ ਇੱਧਰ ਨੌਂ ਦਰਾਂ 'ਚ, ਅਸੀਂ ਇੱਧਰ ਭਗਤੀ ਨਹੀਂ ਕਰ ਸਕਦੇ। ਇੱਧਰ ਇਹਨਾਂ ਪੰਜਾਂ ਦੂਤਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਨੂੰ ਭਰਮ 'ਚ ਰੱਖਣਾ। ਇੱਧਰ ਇਹਨਾਂ ਨੇ ਸਾਨੂੰ ਕਿਸੇ ਨਾ ਕਿਸੇ ਰੁਕਾਵਟ ਦੇ ਵਿੱਚ ਹੀ ਰੱਖਣਾ। ਕਿਤੇ ਸਾਨੂੰ ਕੋਈ ਰੁਕਾਵਟ ਪਾ ਦੇਣਗੇ, ਕਿਤੇ ਕੋਈ ਪਾ ਦੇਣਗੇ। ਜਾਣੀ ਦੀ ਇੱਧਰ ਇਹਨਾਂ ਨੇ ਸਾਨੂੰ ਧਿਆਨੇ ਲਾਈ ਰੱਖਣਾ ਵੀ ਇਹ ਪਰਮਾਤਮਾ ਨੂੰ ਯਾਦ ਨਾ ਕਰਨ, ਇੱਥੋਂ ਨਿਕਲ ਨਾ ਜਾਣ, ਆਪਦੇ ਘਰ ਨਾ ਚਲੇ ਜਾਣ।
ਵੀ ਇਹਨਾਂ ਨੇ ਸਾਡੇ ਉੱਤੇ ਜਾਲ ਪਾਈ ਰੱਖਣਾ, ਇਹ ਸਾਡੇ ਨੇਤਰਾਂ 'ਤੇ ਜਾਲ ਪਾ ਦੇਣਾ ਵੀ ਇਹ ਕਿਤੇ ਪਰਮਾਤਮਾ ਨੂੰ ਨਾ ਦੇਖ ਲੈਣ, ਕੰਨਾਂ 'ਤੇ ਜਾਲ ਪਾ ਦੇਣਾ ਵੀ ਇਹ ਕਿਤੇ ਮਾਲਕ ਦੀ ਆਵਾਜ਼ ਨੂੰ ਹੀ ਨਾ ਸੁਣ ਲੈਣ, ਰਸਨਾਂ 'ਤੇ ਜਾਲ ਪਾ ਦੇਣਾ ਵੀ ਇਹ ਕਿਤੇ ਮਾਲਕ ਦੇ ਗੁਣ ਹੀ ਨਾ ਗਾਉਣ ਲੱਗ ਜਾਣ, ਉਹਦੀ ਕਿਤੇ ਔਸਤ ਵਡਿਆਈ ਨਾ ਕਰਨ ਲੱਗ ਜਾਣ। ਇਹ ਇਸ ਤਰ੍ਹਾਂ ਫਿਰ ਸਾਨੂੰ ਇੱਧਰ ਭਰਮ 'ਚ ਰੱਖਦੇ। ਮਹਾਰਾਜ ਕਹਿੰਦੇ ਕਾਲ ਜਾਲ ਜੇਬਾ ਔਰ ਨੈਣੀ, ਕਹਾਣੀ ਕਾਲ ਸੁਣੇ ਬਿਖ ਬੈਣੀ। ਬਈ ਇਸ ਤਰ੍ਹਾਂ ਇਹਨਾਂ ਨੇ ਸਾਡੇ 'ਤੇ ਜਾਲ ਵਿਛਾਈ ਰੱਖਣਾ, ਵੀ ਇਹਨਾਂ ਨੇ ਭਰਮ 'ਚ ਹੀ ਰੱਖਣਾ ਵੀ ਇੱਥੇ ਸਾਨੂੰ ਭਗਤੀ ਨਹੀਂ ਕਰਨ ਦੇਣਗੇ। ਹੁਣ ਆਪਾਂ ਨੂੰ ਫਿਰ ਸਤਿਗੁਰੂ ਸਮਝਾਉਂਦੇ ਵੀ ਜੇ ਤੁਸੀਂ ਭਗਤੀ ਕਰਨੀ ਤੁਸੀਂ ਪਾਉਣ ਤੋਂ ਅੱਡ ਹੋ, ਪਾਉਣ ਤੋਂ ਵੱਖ ਹੋਣਾ ਸਿੱਖੋ। ਜੇ ਤੁਸੀਂ ਪਾਉਣ ਤੋਂ ਅੱਡ ਹੋਣਾ ਸਿੱਖ ਲਓਗੇ ਫਿਰ ਅਸੀਂ ਭਗਤੀ ਕਰ ਸਕਦੇ। ਜਿਵੇਂ ਹੁਣ ਸਾਡਾ ਮਨ ਇੱਧਰ ਆ ਕੇ ਪਾਉਣ ਦੇ ਵਿੱਚ ਮਿਲ ਕੇ ਇਹ ਤ੍ਰੈ ਗੁਣਾਂ ਦੇ ਵਿੱਚ ਚਲਾ ਗਿਆ, ਵਿਚਾਰਾਂ ਦੇ ਵਿੱਚ। ਵਿਚਾਰਾਂ 'ਚ ਜਦੋਂ ਇਹ ਹੁੰਦਾ ਇਹਨੂੰ ਕਹਿੰਦੇ ਵੀ ਇਹ ਸੰਸਾਰ ਸਾਗਰ 'ਚ ਚਲਾ ਗਿਆ। ਹੁਣ ਇਹ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਇਹ ਜਿਹੜੇ ਸਾਡੇ ਸਰੀਰ ਦੇ 5 ਤੱਤ ਨੇ, ਇਹਨਾਂ ਤੋਂ ਪਾਰ ਹੋਣ ਵਾਸਤੇ ਸਾਨੂੰ ਗੁਰਮੰਤਰ ਦਿੱਤਾ ਜਾਂਦਾ। ਜਿਹੜਾ ਇਹ ਆਵਾ ਵਾਹਿਗੁਰੂ ਜਪਦੇ ਹਾਂ ਇਹ ਸਾਨੂੰ ਇਹਨਾਂ ਤੱਤਾਂ ਤੋਂ ਪਾਰ ਲੈ ਜਾਂਦੇ। ਇਹ ਸਾਨੂੰ ਇਹ ਸੰਸਾਰ ਜਿਹੜਾ ਇਹ ਵਿਚਾਰ ਨੇ, ਇਹ ਵਿਚਾਰਾਂ ਤੋਂ ਸਾਨੂੰ ਉੱਪਰ ਉਠਾ ਲੈਂਦੇ। ਜਦੋਂ ਅਸੀਂ ਇਹ ਪੌਣ ਪਾਣੀ ਵਸਾਂਤਰ ਤੋਂ ਉੱਪਰ ਚਲੇ ਗਏ, ਜਦੋਂ ਅਸੀਂ ਪੌਣ ਤੋਂ ਅੱਡ ਹੋ ਗਏ, ਉੱਥੇ ਇਹ ਭਾਸ਼ਾ ਖਤਮ ਹੋ ਜਾਂਦੀ। ਉੱਥੇ ਆ ਵਾਹਿਗੁਰੂ ਵੀ ਜਿਹੜਾ ਆਪਾਂ ਬੋਲਦੇ ਹਾਂ ਇਹ ਵੀ ਖਤਮ ਹੋ ਜਾਂਦਾ। ਫਿਰ ਆਪਾਂ ਉੱਥੇ ਚਲੇ ਗਏ ਜਿੱਥੇ ਅੱਗੇ ਜਾ ਕੇ ਫਿਰ ਭਵ ਸਾਗਰ, ਜਿਹੜਾ ਆਪਣਾ ਦੇਸ਼ ਹੈ ਪਰਲੋਕ, ਅਤੇ ਇਸ ਲੋਕ ਦੀ ਹੱਦਬੰਦੀ ਜਿਹੜੀ ਉਹਦੇ ਵਿੱਚ ਉਹ ਭਵ ਸਾਗਰ ਪੈਂਦਾ, ਜਿਹਨੂੰ ਭਵ ਜਲ ਕਹਿੰਦੇ। ਔਰ ਉਹ ਜਿਹੜਾ ਭਵ ਸਾਗਰ ਉਹਨੂੰ ਅਸੀਂ ਉਹ ਸ਼ਬਦ ਦੁਬਾਰਾ ਪਾਰ ਕਰਨਾ, ਜਿਹਨੂੰ ਨਾਮ ਕਹਿੰਦੇ, ਜਿਹਨੂੰ ਨਾਦ ਕਹਿੰਦੇ, ਜਿਹਨੂੰ ਸਹਿਜ ਧੁਨ ਕਹਿੰਦੇ। ਇਸ ਵਾਸਤੇ ਫਿਰ ਇਹ ਜਿਹੜਾ ਮਾਰਗ ਇਹ ਔਖਾ, ਅਸੀਂ ਗੁਰੂ ਤੋਂ ਬਿਨਾਂ ਇਹ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਭਵ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੀ। ਬਈ ਉਹ ਜਿਹੜਾ ਭਵ ਜਲ ਉੱਥੇ ਆ ਭਾਸ਼ਾ ਤਾਂ ਖਤਮ ਹੋ ਗਈ, ਆ ਪਾਣ ਪਾਣੀ ਵਸਾਂਤਰ ਇਹ ਤੋਂ ਵੀ ਆਪਾਂ ਉੱਪਰ ਚਲੇ ਗਏ, ਉਹਨੂੰ ਭਵ ਸਾਗਰ ਕਹਿੰਦੇ, ਉਹਨੂੰ ਧਵਲ ਦਾ ਵੀ ਨਾਂ ਦਿੱਤਾ। ਔਰ ਉੱਥੋਂ ਸਾਨੂੰ ਉਹ ਭਵ ਸਾਗਰ ਦੇ ਵਿੱਚੋਂ ਉਹ ਸ਼ਬਦ ਗੁਰੂ ਨੇ ਲਗਾਉਣਾ, ਨਾਮ ਨੇ। ਜੇ ਸਾਡੇ ਪੱਲੇ ਨਾਮ ਨਹੀਂ ਤੇ ਅਸੀਂ ਉਹ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦੇ, ਅਸੀਂ ਉੱਥੋਂ ਜਾ ਨਹੀਂ ਸਕਦੇ, ਅੱਗੇ ਟੱਪ ਨਹੀਂ ਸਕਦੇ। ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉੱਥੇ ਤੱਕ ਪਹੁੰਚਣ ਵਾਸਤੇ ਅਸੀਂ ਇਹ ਪਾਉਣ ਤੋਂ ਲੱਗ ਹੋਣਾ, ਆਪ ਸਿੱਖਣਾ ਹੁੰਦਾ। ਬਈ ਜਾ ਕੇ ਅਸੀਂ ਪਾਉਣ ਤੋਂ ਅੱਡ ਹੋ ਕੇ ਬੈਠੀਏ, ਬੈਠ ਕੇ ਅਸੀਂ ਉਹ ਸ਼ਬਦ ਗੁਰੂ ਦੀ ਆਰਾਧਨਾ ਕਰੀਏ, ਉਹਨੂੰ ਅਸੀਂ ਸੁਣੀਏ। ਉਹਨੂੰ ਬੇੜਾ ਕਹਿੰਦੇ, ਉਹਨੂੰ ਜਹਾਜ਼ ਕਹਿੰਦੇ। ਹੁਣ ਉਹ ਬੇੜਾ ਕਿੱਥੇ ਖੜ੍ਹਾ ਹੈ? ਇਹ ਜਿਹੜਾ ਆਪਣਾ ਸਰੀਰ ਹੈ ਇਹਦੇ ਵਿੱਚ ਜਦੋਂ ਹੁਣ ਇਹ ਪਾਉਣ ਜਾਂਦੀ ਆਪਣੇ ਮੁਖ ਰਾਹੀਂ, ਇਹਨੂੰ ਗੁਫਾ ਦਾ ਨਾਮ ਦਿੱਤਾ। ਇਹ ਗੁਫਾ ਅੱਗਿਓਂ ਬੰਦ ਹੈ। ਮਹਾਰਾਜ ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ। ਔਰ ਜਦੋਂ ਆਪਾਂ ਇਹ ਪਾਉਣ 'ਚ ਪ੍ਰਵੇਸ਼ ਹੁੰਦੇ ਹਾਂ, ਆਪਾਂ ਸਿਮਰਨ ਕਰਦੇ ਹਾਂ, ਫਿਰ ਇਹ ਜਿਹੜੀ ਪਾਉਣ ਹੈ ਇਹ ਜਾ ਕੇ ਆਪਣਾ ਜਿੱਥੇ ਨਾਭੀ ਹੈ ਧੁੰਨੀ, ਇਹ ਤੋਂ ਥੱਲੇ ਇੱਥੇ ਰੁਕਦੀ ਥੋੜ੍ਹੀ ਜਿਹੀ ਜਾ ਕੇ ਪਾਉਣ। ਜਦੋਂ ਅਸੀਂ ਉੱਥੇ ਜਾ ਕੇ ਆਸਣ ਲਾ ਲੈਂਦੇ ਹਾਂ, ਉਹ ਅਸੀਂ ਪਾਉਣ ਤੋਂ ਅਲੱਗ ਹੋ ਜਾਂਦੇ ਹਾਂ। ਪਾਉਣ ਦਾ ਸੰਬੰਧ ਸਾਡੇ ਸਰੀਰ ਨਾਲ ਹੋ ਜਾਂਦਾ, ਆਪਾਂ ਪਾਉਣ ਤੋਂ ਅਲੱਗ ਹੋ ਕੇ ਬੈਠ ਗਏ। ਜਦੋਂ ਅਸੀਂ ਉੱਥੇ ਬੈਠਾਂਗੇ, ਉੱਥੋਂ ਫਿਰ ਉਹ ਸ਼ਬਦ ਪ੍ਰਗਟ ਹੋਏਗਾ, ਜਿਹਨੂੰ ਸਹਿਜ ਧੁਨ ਕਹਿੰਦੇ। ਫਿਰ ਅਸੀਂ ਉਹ ਸ਼ਬਦ ਨੂੰ ਪਕੜ ਕੇ ਫਿਰ ਅੱਗੇ ਸਾਡੇ ਮਨ ਨੇ ਚੱਲਣਾ।
ਜਾਂ ਅਸੀਂ ਫਿਰ ਇੱਧਰ ਜਿਹੜੇ ਸਾਡੇ ਦੋ ਨੇਤਰ ਨੇ, ਨੇਤਰਾਂ ਦੇ ਵਿਚਾਲੇ ਇਹਨੂੰ ਸਹਿਜ ਘਾਟ ਦਾ ਨਾਮ ਦਿੱਤਾ। ਇੱਥੋਂ ਵੀ ਪੌਣ ਜਿਹੜੀ ਇੱਥੋਂ ਅੰਦਰ ਨੂੰ ਮੁੜ ਜਾਂਦੀ, ਪੌਣ ਉੱਪਰ ਥੋੜ੍ਹੀ ਰੁਕਦੀ, ਆਪਾਂ ਉੱਥੇ ਆਸਣ ਲਾ ਲੈਂਦੇ। ਜਦੋਂ ਅਸੀਂ ਉੱਥੇ ਆਸਣ ਲਾ ਕੇ ਬੈਠ ਕੇ ਪੌਣ ਨੂੰ ਸਮ ਕਰਕੇ ਉੱਥੋਂ ਵੀ ਫਿਰ ਉਹ ਸ਼ਬਦ ਪ੍ਰਗਟ ਹੁੰਦਾ, ਜਿਹਨੂੰ ਮਾਰੇ ਕਹਿੰਦੇ ਕਬੀਰ ਗੰਗ ਜਮਨ ਕੇ ਅੰਤਰੀ ਸਹਿਜ ਸੁਨ ਕੀ ਘਾਟ ਤਹਾਂ ਕਬੀਰੇ ਮਟ ਕੀਆ ਖੋਜਤ ਮਨ ਜਨ ਬਾਟ। ਬਈ ਇਹ ਜਿਹੜੇ ਸਾਡੀਆਂ ਦੋ ਸੁਰਾਂ, ਬਈ ਇਹਨਾਂ ਨੂੰ ਜਦੋਂ ਸਮ ਕਰਕੇ ਅਸੀਂ ਉੱਪਰ ਚਲੇ ਗਏ, ਸਹਿਜ ਘਾਟ ਦਾ ਨਾਮ ਦਿੱਤਾ। ਜਿੱਥੋਂ ਇਹ ਪੌਣ ਮਿਲ ਥੱਲੇ ਨੂੰ ਚਲੀ ਜਾਂਦੀ, ਉੱਪਰ ਇੱਥੇ ਰੁਕਦੀ ਥੋੜ੍ਹੀ, ਉੱਥੇ ਆਪਾਂ ਜਾ ਕੇ ਆਸਣ ਲਾ ਲਈਏ। ਜਦੋਂ ਉੱਥੇ ਆਸਣ ਲਾ ਲੈਂਦੇ, ਉੱਥੋਂ ਵੀ ਫਿਰ ਉਹ ਸ਼ਬਦ ਸੁਣਾਈ ਦਿੰਦਾ, ਅਤੇ ਫਿਰ ਅਸੀਂ ਉਹ ਸ਼ਬਦ ਨੂੰ ਪਕੜ ਕੇ ਫਿਰ ਅੱਗੇ ਚੱਲਣਾ ਹੁੰਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਸ਼ਬਦ ਤੱਕ ਪਹੁੰਚਣ ਵਾਸਤੇ ਅਸੀਂ ਇਹ ਪੌਣ ਤੋਂ ਅੱਡ ਹੋਣਾ ਸਿੱਖਣਾ ਹੁੰਦਾ। ਜੇ ਹੁਣ ਅਸੀਂ ਪੌਣ ਤੋਂ ਅੱਡ ਹੋਣਾ ਸਿੱਖ ਲਾਂਗੇ, ਇਹਦੇ ਸਾਡਾ ਸਰੀਰ ਜਿਹੜਾ ਕੋਈ ਲੋੜ ਨਹੀਂ ਮੰਨੇਗਾ, ਸਾਡੇ ਗਿਆਨ ਇੰਦਰੀ, ਕਰਮ ਇੰਦਰੀ, ਇਹਨਾਂ 'ਤੇ ਲੋੜ ਨਹੀਂ ਪਏਗਾ। ਜੇ ਅਸੀਂ ਅਲੱਗ ਹੋਣਾ ਸਿੱਖਿਆ ਨਹੀਂ, ਫਿਰ ਇਹ ਲੋੜ ਮੰਨਣਗੇ। ਜਿਵੇਂ ਹੁਣ ਅਲੱਗ ਆਪਾਂ ਉੱਦਾਂ ਵੀ ਹੁੰਦੇ ਹਾਂ, ਪਰ ਉਹ ਅਸੀਂ ਸਹਿਜ ਸੁਭਾਅ ਹੁੰਦੇ। ਜਿਵੇਂ ਹੁਣ ਆਪਾਂ ਇੱਥੇ ਸੰਗਤ 'ਚ ਬੈਠੇ ਹਾਂ, ਬੈਠੇ ਬੈਠੇ ਕਿਸੇ ਗੁਰਮੁਖ ਦਾ ਧਿਆਨ ਘਰੇ ਚਲੇ ਗਏ। ਜਦੋਂ ਧਿਆਨ ਘਰੇ ਚਲੇ ਗਏ, ਆਪਾਂ ਉੱਥੇ ਘਰ ਚਲੇ ਗਏ। ਘਰ ਚਲੇ ਗਏ, ਉੱਥੇ ਜਾ ਕੇ ਅਸੀਂ ਕਿਸੇ ਨਾਲ ਕੋਈ ਗੱਲਬਾਤ ਕੀਤੀ, ਜਾਂ ਕੋਈ ਕੰਮ ਆਪਾਂ ਦੇਖਦੇ ਹਾਂ ਵੀ ਆਹ ਕਰਨ ਵਾਲਾ, ਆਹ ਕਰਨ ਵਾਲਾ। ਹੁਣ ਇੱਥੇ ਬੈਠਿਆਂ ਨੂੰ ਸਾਨੂੰ ਇਹ ਆਵਾਜ਼ ਨਹੀਂ ਸੁਣੇਗੀ, ਭਾਵੇਂ ਆਪਾਂ ਸਪੀਕਰ 'ਚ ਬੋਲ ਰਹੇ ਹਾਂ, ਫਿਰ ਵੀ ਆਪਾਂ ਨੂੰ ਇੱਥੇ ਪਤਾ ਹੀ ਨਹੀਂ ਲੱਗਣਾ ਵੀ ਆਪਾਂ ਕੀ ਗੱਲ ਕਰ ਰਹੇ ਹਾਂ, ਕਿਉਂਕਿ ਉਹ ਸਾਡਾ ਮਨ ਪਾਉਣ ਤੋਂ ਅਲੱਗ ਹੋ ਗਿਆ। ਔੜ ਤੋਂ ਅਲੱਗ ਹੋ ਕੇ ਉਹ ਘਰ ਚਲਾ ਗਿਆ। ਜਦੋਂ ਉੱਥੋਂ ਅਸੀਂ ਵਾਪਸ ਆਵਾਂਗੇ, ਫਿਰ ਆਪਾਂ ਨੂੰ ਇੱਥੇ ਦੀ ਗੱਲ ਸੁਣੇਗੀ, ਨਹੀਂ ਤਾਂ ਜਿੰਨਾ ਸਮਾਂ ਅਸੀਂ ਬਾਹਰ ਰਹਾਂਗੇ ਸਾਨੂੰ ਇੱਥੇ ਦੀ ਗੱਲ ਨਹੀਂ ਸੁਣ। ਹੁਣ ਜਿੰਨਾ ਸਮਾਂ ਆਪਾਂ ਬਾਹਰ ਰਹੇ, ਉਹ ਨਾ ਤਾਂ ਆਪਣੀਆਂ ਅੱਖਾਂ ਨੇ ਕੋਈ ਲੋੜ ਮੰਨੇ, ਨਾ ਆਪਣੇ ਦਿਮਾਗ ਨੇ ਕੋਈ ਲੋੜ ਮੰਨੇ, ਨਾ ਸਰੀਰ ਨੇ ਕਿਸੇ ਨੇ ਲੋੜ ਮੰਨੇ, ਕਿਉਂਕਿ ਆਪਾਂ ਪਾਉਣ ਤੋਂ ਵੱਖ ਹੋ ਗਏ। ਪਾਉਣ ਤੋਂ ਇੰਨਾ ਦੂਰ ਚਲੇ ਗਏ, ਪਾਉਣ ਨੂੰ ਛੱਡ ਕੇ, ਬਈ ਇਹ ਸਾਨੂੰ ਸਰੀਰ ਹੀ ਭੁੱਲ ਗਿਆ। ਹੁਣ ਇਹ ਤਾਂ ਅਸੀਂ ਸਹਿਜ ਸੁਭਾਅ ਹੋਏ। ਹੁਣ ਅਸੀਂ ਆਪਦੇ ਆਪ ਕਰਨਾ। ਜਿਵੇਂ ਹੁਣ ਕੋਈ ਗੁਰਮੁਖ ਵੀ ਘਰੇ ਗਿਆ, ਹੁਣ ਉਹਨੂੰ ਕਹੀਏ ਵੀ ਹੁਣ ਤੂੰ ਜਾ, ਹੁਣ ਆਪਦੀ ਮਰਜ਼ੀ ਨਾਲ ਜਾ, ਅਤੇ ਜਾ ਕੇ ਦੇਖ ਕੇ ਆ ਵੀ ਤੇਰੇ ਘਰੇ ਕੀ ਹੁੰਦਾ। ਹੁਣ ਜੇ ਅਸੀਂ ਆਪਦੇ ਆਪ ਕਰਨ ਲੱਗਾਂਗੇ ਤਾਂ ਉਹ ਸਾਡਾ ਮਨ ਜਾਏਗਾ ਨਹੀਂ ਆਪਦੇ ਆਪ। ਫਿਰ ਅਸੀਂ ਸਮਦ੍ਰਿਸ਼ਟੀ ਹੋ ਜਾਵਾਂਗੇ, ਨਾਲ ਸਾਨੂੰ ਇੱਧਰਲੀ ਆਵਾਜ਼ਾਂ ਵੀ ਸੁਣੀ ਜਾਣਗੀਆਂ, ਨਾਲੇ ਉੱਧਰ ਵੀ ਧਿਆਨ ਲੈ ਕੇ ਜਾਵਾਂਗੇ। ਉਹ ਕੀ ਆ ਬਈ, ਅਸੀਂ ਸਿੱਖਿਆ ਨਹੀਂ। ਮਤਲਬ ਉੱਦਾਂ ਤਾਂ ਅਸੀਂ ਪਾਉਣ ਤੋਂ ਅਲੱਗ ਹੋ ਜਾਂਦੇ, ਦਿਨ 'ਚ ਕਈ ਵਾਰ ਹੋ ਜਾਂਦੇ ਆਪਾਂ ਸਹਿਜ ਸੁਭਾਅ, ਪਰ ਜਦੋਂ ਹੁਣ ਆਪਾਂ ਆਪਦੇ ਆਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਆਪਦੀ ਮਰਜ਼ੀ ਨਾਲ ਸਰੀਰ ਤੋਂ ਵੱਖ ਹੋਈਏ, ਉਦੋਂ ਮਨ ਹੁੰਦਾ ਨਹੀਂ, ਉਦੋਂ ਅਸੀਂ ਸਮਦ੍ਰਿਸ਼ਟੀ ਹੋ ਜਾਂਦੇ। ਇੱਧਰ ਵੀ ਧਿਆਨ ਰਹੇਗਾ ਅਤੇ ਨਾਲ ਉੱਧਰ ਵੀ ਹੋ ਜਾਏਗਾ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਵੀ ਇਹ ਜਿਹੜਾ ਹੁਣ ਆਪਾਂ ਗੁਰਮੰਤਰ ਦਾ ਜਾਪ ਕਰਦੇ, ਸਿਮਰਨ ਕਰਦੇ ਹਾਂ, ਵੀ ਇਸ ਕਰਕੇ ਹੁਣ ਇਹ ਸਿਮਰਨ ਕਰਨਾ ਵੀ ਅਸੀਂ ਪਾਉਣ ਤੋਂ ਆਪਦੀ ਮਰਜ਼ੀ ਨਾਲ ਵੱਖ ਹੋਣਾ ਸਿੱਖ ਲਈਏ। ਜਦੋਂ ਅਸੀਂ ਆਪਦੀ ਮਰਜ਼ੀ ਨਾਲ ਵੱਖ ਹੋਣਾ ਸਿੱਖ ਲਾਂਗੇ, ਫਿਰ ਅਸੀਂ ਜਿੰਨਾ ਸਮਾਂ ਮਰਜ਼ੀ ਬੈਠੇ ਰਹੀਏ ਪਾਉਣ ਤੋਂ ਅਲੱਗ ਹੋ ਕੇ, ਸਾਡਾ ਸਰੀਰ ਲੋੜ ਨਹੀਂ ਮੰਨੇਗਾ। ਸਾਡਾ ਸਰੀਰ ਹੈ ਜਿਹੜਾ, ਇਹ ਕੋਈ ਹਰਕਤ ਨਹੀਂ ਕਰੇਗਾ, ਕਿਉਂਕਿ ਆਪਾਂ ਸਰੀਰ ਤੋਂ ਅਲੱਗ ਹੋ ਕੇ ਬੈਠ ਗਏ। ਉਦੋਂ ਜਦੋਂ ਫਿਰ ਅਸੀਂ ਸਰੀਰ ਤੋਂ ਅਲੱਗ ਹੋਣਾ ਸਿੱਖ ਲੈਂਦੇ, ਪਾਉਣ ਤੋਂ ਅਲੱਗ ਹੋਣਾ ਸਿੱਖ ਲੈਂਦੇ ਹਾਂ, ਉਦੋਂ ਫਿਰ ਅਸੀਂ ਉਹ ਸ਼ਬਦ ਨੂੰ ਜਦੋਂ ਸੁਣਦੇ ਹਾਂ, ਉਦੋਂ ਕਹਿੰਦੇ ਵੀ ਇਹ ਭਗਤੀ ਕਰਤੀ। ਭਗਤੀ ਕੀ ਹੈ? ਮਾਲਕ ਦੀ ਜੋ ਆਵਾਜ਼ ਹੈ ਸਹਿਜ ਧੁਨ, ਉਹਨੂੰ ਫਿਰ ਅਸੀਂ ਸੁਣੀ ਜਾਣਾ, ਇਹ ਪਾਉਣ ਤੋਂ ਅਲੱਗ ਹੋ ਕੇ। ਮਾਰੇ ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ, ਬਿਨ ਭਗਤੀ ਮੈਲ ਨਾ ਜਾਏ।
जद तक हुण असीं ये भगती नहीं करांगे साडा मन पूर्ण तौर पर शुद्ध नहीं हो सकता, इन्हें मैला ही रहना। इस करके फिर महाराज कहते भी ये भगती तो बिना साडी मैल नहीं जाती। भगती की है नाम, नाम नूं सुनना। इहो आपां नूं गुरु नानक देव जी महाराज रोज़ समझाउंदे भी जो साडी मत मलीन होगी उन्हें नाम दोबारा धोती जाना। साडे मन ने भरीए मत पापां के संग वो धोपे नामे के रंग। भी जिहड़ा मन वो नाम दोबारा धोता जाता, उदों धोता नहीं जाता, शुद्ध नहीं हुंदा। इस वास्ते फिर आपां नूं कहंदे भी वो नाम तक पहुँचो। जे असीं वो नाम नूं बुझ लिया ये साडे मन ने पाक हो जाना, ने पवित्र हो जाना। जे इन्हें ना बुझिया फिर इन्हें मैला ही रहना, फिर सदा मैला नपाक के। मारे फरमाउंदे एक वस्त बूझे तू होवे पाक, बिन बूझे तू सदा नपाक। बई जे तो तू नाम नूं बुझ लिया तो पवित्र हो गया, जे तू ना बुझे तू सदा मैला, तू नपाक है। इस करके फिर कहते भी बाहरों असी इस शरीर नूं जिन्ना मर्जी धो लीए, इस शरीर की जिन्नी मर्जी सुचम रख लीए, पर जे साडा मन मैला तो फिर साडा सारा कुछ ही मैला। मन मैले तो सब कुछ मैला, तन धोते मन हच्छा ना होए। ये जगत भरम भुलाया बिरला बूझे कोई। हुण साडे मन वास्ते जिहड़ा जत सत है, जिहड़ा संजम है, जिहड़ा इशनान करना है, वो सारा कुछ नाम है। नाम तो बिना ये जति नहीं हो सकता, नाम तो बिना ये सती हो सकता। मारे फरमाउंदे जत सत संजम हर नाम, बिन नामे निर्मल ना होई। बई साडे मन का जत सत की है, साडे मन का सुचम की है, साडे मन की नाम। जे तो नाम दे नाल जुड़े है फिर जति भी है, फिर सती भी है, फिर तपी भी है, फिर सारा कुछ ही। जे नाम तो टुटिया होया फिर कुछ भी नहीं, फिर इनू मनमुख कहते, फिर इनू साकत कहते। इसलिए महाराज कहते साकत नर शब्द सुरत क्यों पाइए, शब्द सुरत बिन आइए जाइए। बई जिहड़ा मनमुख है उहदी सुरत ही शब्द नाल नहीं जुड़ती, उहनूं शब्द गुरु का पता ही नहीं भी वो शब्द गुरु है कित्थे। जिस शब्द गुरु की महिमा गुरबाणी गुरु कर रहे उन्होंने नहीं पता वो शब्द गुरु का ना भेद होने करके शब्द गुरु का। तो महाराज कहते साडी सुरत ही वो शब्द के नाल जद तक जुड़ती नहीं साडा आउण जाण है। असी जन्म मरण के चक्कर च पई रहना। जे असी नाम नूं भुले बैठे हाँ साडा आउणा जाना दोवें ही बने रहिंदे। नानक नाम वसारियां आवन जाना दोए। महाराज कहते जे असी हुण नाम नूं भुले बैठे हाँ तो असी जन्म मरण के चक्कर च पई रहना। नाम भूली जे फिर आमूँ जाऊँ। बई जे असी हुण नाम नूं भुले बैठे हाँ, नाम का सानूं भेद कोई नहीं। फिर महाराज कहते आउण जाने, फिर आउणा जाना दोनों ही ने। इस वास्ते हुण साडे मन नूं समझाउंदे भी तेरे वास्ते सारा कुछ नाम है। तेरे लिए संजम जत सत, तेरे लिए दारू वो नाम है, तेरे लिए तीरथ नाम है। साडे लिए जिहड़ा सुरधर दरख्त है वो नाम है, कामधेन जो गऊ है वो नाम है, जितों सानू सारे फलों की प्राप्ति होनी नाम तो। इस वास्ते फिर गुरमुखां ने आखिया भी साडा सारा कुछ ही नाम है। नाओ मेरा बंधप नाओ मेरा भाई, नाओ मेरे संग अंत हुए सहाई।
ਵੀ ਸਾਡਾ ਤਾਂ ਨਾਮ ਹੀ ਰਿਸ਼ਤੇਦਾਰ, ਇਹੋ ਸਾਡਾ ਭਾਈ, ਇਹੋ ਸਾਡਾ ਦੋਸਤ ਮਿੱਤਰ, ਇਹੋ ਸਾਡਾ ਰਿਸ਼ਤੇਦਾਰ ਜਿਹਨੇ ਅੰਤ ਸਮੇਂ ਸਾਡੇ ਨਾਲ ਸਹਾਈ ਹੋਣਾ। ਇਹਨੂੰ ਹੀ ਫਿਰ ਗੁਰਮੁਖਾਂ ਨੇ ਸੱਜਣ ਆਖੀ, ਵੀ ਉਹ ਸੱਜਣ ਨਾਮ ਜਿਹੜਾ ਜਦੋਂ ਅਸੀਂ ਇਹ ਮਾਰਗ 'ਤੇ ਚੱਲਦੇ ਹਾਂ, ਸੱਜਣ ਸਾਡੇ ਨਾਲ ਹੁੰਦਾ, ਇਹ ਸਾਨੂੰ ਇਕੱਲਿਆਂ ਨਹੀਂ ਛੱਡਦਾ। ਇੱਥੇ ਵੀ ਨਹੀਂ ਸਾਨੂੰ ਛੱਡਣਾ, ਅਤੇ ਜਿੱਥੇ ਸਾਤੋਂ ਲੇਖਾ ਮੰਗਿਆ ਜਾਂਦਾ ਧਰਮ ਰਾਏ ਜਦੋਂ ਪੁੱਛਦਾ, ਇਹ ਸੱਜਣ ਉੱਥੇ ਵੀ ਸਾਡੇ ਨਾਲ ਹੁੰਦਾ। ਸ਼ਬਦ ਗੁਰੂ ਨਾਮ ਮਹਾਰਾਜ ਫਰਮਾਉਂਦੇ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਵੀ ਉਹ ਸੱਜਣ ਜਿਹਨੇ ਸਾਨੂੰ ਇਕੱਲਿਆਂ ਨੂੰ ਕਦੇ ਛੱਡਣਾ ਹੀ ਨਹੀਂ, ਸਾਡੇ ਉਹ ਮਨ ਦਾ ਆਸਰਾ। ਜਿਵੇਂ ਸੰਸਾਰ ਦੇ ਵਿੱਚ ਜੀਵ ਕਹਿ ਦਿੰਦੇ ਵੀ ਸਾਡੇ ਬੱਚੇ ਸਾਡਾ ਆਸਰਾ ਨੇ, ਵੀ ਵਡੇਪੇ ਦਾ ਸਾਡਾ, ਵਡੇਪੇ ਦੀ ਉਹ ਸਾਡੀ ਲਾਠੀ, ਸਾਡੀ ਸੋਟੀ ਹੈ ਵਡੇਪੇ ਦੀ। ਹੁਣ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਇਹ ਭੇਦ ਆ ਗਏ ਆ, ਉਹ ਕਹਿੰਦੇ ਸਾਡੇ ਲਈ ਜਿਹੜੀ ਡੰਗੋਰੀ ਉਹ ਨਾਮ ਹੈ ਤੇਰਾ, ਕਿਉਂਕਿ ਨਾਮ ਨਹੀਂ ਸਾਡਾ ਸਾਥ ਦੇਣਾ, ਬਾਕੀ ਤਾਂ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ। ਮੈਂ ਅੰਧਲੇ ਕੀ ਟੇਕ, ਇਹਦਾ ਨਾਮ ਖੁੰਦ ਕਰ, ਵੀ ਮੇਰੇ ਅੰਨੇ ਵਾਸਤੇ ਜਿਹੜੀ ਟੇਕ, ਜਿਹੜੀ ਡੰਗੋਰੀ, ਉਹ ਤੇਰਾ ਨਾਮ ਹੈ। ਕਿਉਂਕਿ ਜਿਹੜੇ ਮਾਰਗ 'ਤੇ ਅਸੀਂ ਚੱਲਣਾ, ਉਹ ਮਾਰਗ 'ਤੇ ਅੱਗੇ ਅੰਧਕੂਪ ਹੈ, ਜਿਹੜਾ ਇਹ ਭਵ ਸਾਗਰ ਹੈ, ਇਹਨੂੰ ਅੰਧਕੂਪ ਖੂਹ ਕਹਿੰਦੇ ਨੇ। ਜਦੋਂ ਅਸੀਂ ਪਾਉਣ ਤੋਂ ਅਲੱਗ ਹੋ ਜਾਂਦੇ, ਅੱਗੇ ਖੂਹ ਹੈ, ਉਦੋਂ ਖੂਹ ਦੇ ਵਿੱਚੋਂ ਅਸੀਂ ਸ਼ਬਦ ਦੁਆਰਾ ਨਿਕਲ ਸਕਦੇ, ਨਾਮ ਦੁਆਰਾ ਨਹੀਂ। ਅਸੀਂ ਉਹ ਖੂਹ ਦੇ ਵਿੱਚੋਂ ਨਿਕਲ ਨਹੀਂ ਸਕਦੇ, ਉਹ ਭਵ ਸਾਗਰ ਤੋਂ ਅਸੀਂ ਪਾਰ ਨਹੀਂ ਹੋ ਸਕਦੇ। ਇਸ ਵਾਸਤੇ ਫਿਰ ਗੁਰਮੁਖਾਂ ਨੇ ਆਖਿਆ ਵੀ ਸਾਡਾ ਸਾਰਾ ਕੁਛ ਨਾਮ ਹੈ, ਇਹੋ ਸਾਡੇ ਮਨ ਦਾ ਆਧਾਰ ਹੈ, ਇਹੋ ਸਾਡਾ ਆਸਰਾ ਹੈ। ਬਈ ਜਿਹਨੇ ਸਾਡੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ, ਸਾਡੇ ਮਨ ਦੀ ਭੁੱਖ ਹੀ ਖਤਮ ਕਰ ਦੇਣੀ। ਮਹਾਰਾਜ ਕਹਿੰਦੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਬਈ ਸਾਡਾ ਆਧਾਰ ਆਸਰਾ ਨਾਮ ਹੈ, ਜਿਹਨੇ ਸਾਡੇ ਮਨ ਦੀਆਂ ਸਾਰੀਆਂ ਭੁੱਖਾਂ ਹੀ ਖਤਮ ਕਰ ਦਿੱਤੀ। ਮਨ ਦੀ ਤ੍ਰਿਪਤੀ ਹੋ ਗਈ, ਮਨ ਰੱਜ ਗਏ। ਇਸ ਕਰਕੇ ਸਤਿਗੁਰ ਕਹਿੰਦੇ, ਜਿਨ੍ਹਾਂ ਨੂੰ ਇਹ ਨਾਮ ਦਾਨ ਮਿਲ ਗਿਆ ਸਤਿਗੁਰਾਂ ਤੋਂ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਜਾਂਦੀ, ਉਹ ਮਨ ਰੱਜ ਜਾਂਦਾ, ਉਹ ਫਿਰ ਭੜਕਦਾ ਨਹੀਂ ਹੈ, ਉਹ ਭੱਜਦਾ ਨਹੀਂ ਭਰਮ ਦੇ ਵਿੱਚ। ਮਹਾਰਾਜ ਕਹਿੰਦੇ, ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਮੰਗਣ ਕਾਹੇ ਜਾਏ। ਬਈ ਉਹਨਾਂ ਦੇ ਮਨ ਨੂੰ ਤਾਂ ਸੰਤੋਖ ਆ ਗਿਆ, ਸਬਰ ਆ ਗਿਆ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਗਈ। ਜਿਹੜੇ ਨਾਮ ਦੇ ਨਾਲ ਜੁੜ ਗਏ, ਉਹ ਫਿਰ ਮੰਗਦੇ ਨਹੀਂ ਫਿਰਦੇ। ਵੀ ਜਿਹੜੇ ਮੰਗਦੇ, ਮਹਾਰਾਜ ਕਹਿੰਦੇ ਵੀ ਤੁਸੀਂ ਟਰੁੱਕ ਮੰਗਦੇ ਫਿਰਦੇ ਹੋ, ਵੀ ਤੁਹਾਨੂੰ ਲਾਜ ਨਹੀਂ ਆਉਂਦੀ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਵੀ ਤੁਸੀਂ ਮਾਲਕ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਜੋ ਦਰ ਦਰ ਭਟਕਦੇ ਫਿਰਦੇ ਹੋ। ਸਤਿਗੁਰੂ ਕਹਿੰਦੇ, ਮੰਗੇ ਟੂਕਾ ਤ੍ਰਿਪਤ ਨਾ ਪਾਵੇ, ਨਾਥ ਛੋੜ ਜਾਚੇ ਲਾਜ ਨਾ ਆਵੇ। ਵੀ ਤੁਹਾਨੂੰ ਲਾਜ, ਸ਼ਰਮ, ਭੋਰਾ ਵੀ ਨਹੀਂ ਆਉਂਦੀ। ਬਈ ਜੋ ਮਾਲਕ ਪਰਮਾਤਮਾ ਦੀਨ ਦੁਨੀ ਦਾ ਮਾਲਕ ਹੈ, ਜਦੋਂ ਅਸੀਂ ਉਹਦੇ ਨਾਲ ਹੀ ਜੁੜ ਗਏ ਤਾਂ ਸਾਨੂੰ ਕਿਹੜੀ ਕਮੀ ਰਹਿ ਗਈ ਕਿਸੇ ਚੀਜ਼ ਦੀ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ, ਨਿਰੰਕਾਰ ਜੋ ਰਹੇ ਸਮਾਏ, ਇਖਿਆ ਮੰਗਣ ਕਾਹੇ ਜਾਏ। ਵੀ ਜਿਹੜੇ ਨਿਰੰਕਾਰ ਨੂੰ ਮਿਲ ਗਏ, ਜਿਹੜੇ ਉਹਦੇ 'ਚ ਸਮਾ ਗਏ, ਉਹ ਨਹੀਂ ਮੰਗਦੇ, ਉਹ ਨਹੀਂ ਭੱਜਦਾ ਮਨ ਉਹਨਾਂ ਦਾ, ਕਿਉਂਕਿ ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਗਈ, ਉਹਨਾਂ ਦੇ ਮਨ ਦੀ ਸੰਤੁਸ਼ਟੀ ਹੋ ਗਈ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਨਾਮ ਦੁਆਰਾ ਹੀ ਹੋਣੀ ਹੈ। ਨਾਮ ਤੋਂ ਬਿਨਾਂ ਜੀਵ ਭੁੱਖਾ, ਉਹ ਰੱਜਦਾ ਨਹੀਂ। ਜੀਵ ਦੀ ਜਿਹੜੀ ਇਹ ਤ੍ਰਿਸ਼ਨਾ, ਇਹ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਨਾ ਅੱਖਾਂ ਦੀ ਤ੍ਰਿਸ਼ਨਾ ਖਤਮ ਹੋਵੇ ਦੇਖਣ ਦੀ, ਨਾ ਕੰਨਾਂ ਦੀ ਤ੍ਰਿਸ਼ਨਾ ਖਤਮ ਹੋਵੇ ਸੁਣਨ ਦੀ, ਨਾ ਮੁੱਖ ਦੀ ਤ੍ਰਿਸ਼ਨਾ ਖਤਮ ਹੋਵੇ ਬੋਲਣ ਦੀ। ਇਹਨੂੰ ਕਹਿੰਦੇ ਮਨ ਭੁੱਖਾ। ਜੇ ਮਨ ਭੁੱਖਾ ਹੈ
ਤੇ ਫਿਰ ਇਹ ਭੁੱਖੇ ਮਨ ਦੀ ਨਿਸ਼ਾਨੀ। ਜਿਹਦੀ ਤ੍ਰਿਪਤੀ ਹੋ ਗਈ ਮਨ ਦੀ, ਉਹਦੇ ਨੇਤਰਾਂ ਨੂੰ ਵੀ ਸਬਰ ਸੰਤੋਖ ਆ ਗਿਆ, ਉਹਦੇ ਨੇਤਰ ਵੀ ਰੱਜ ਗਏ, ਉਹਦੇ ਕੰਨਾਂ ਨੂੰ ਵੀ ਸਬਰ ਸੰਤੋਖ ਆ ਗਿਆ, ਉਹਦੀ ਰਸਨਾ ਨੂੰ ਵੀ ਆ ਗਿਆ। ਇਸ ਲਈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ, ਕਹਿੰਦੇ ਆਖਣ ਆਖ ਨਾ ਰੱਜੇ, ਸੁਣ ਨਾ ਰੱਜੇ ਕੰਨ, ਆਖੀਂ ਵੇਖ ਨਾ ਰੱਜੀਆਂ, ਗੁਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀਂ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ, ਜੇ ਗੁਣ ਕਹਿ ਗੁਣੀ ਸਮਾਏ। ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ, ਕਹਿੰਦੇ ਵੀ ਜੀਵ ਭੁੱਖਾ, ਉਹਦਾ ਆਖਣ ਨਾ ਤਾਂ ਮੂੰਹ ਰੱਜਦਾ, ਨਾ ਉਹਦੀਆਂ ਅੱਖਾਂ ਰੱਜਦੀਆਂ, ਨਾ ਉਹਦੇ ਕੰਨ ਰੱਜਦੇ, ਵੀ ਉਹਦੀ ਤ੍ਰਿਪਤੀ ਨਹੀਂ ਹੁੰਦੀ। ਤ੍ਰਿਪਤੀ ਹੋਵੇ ਕਿਵੇਂ? ਕਹਿੰਦੇ ਜੇ ਉਹ ਮਾਲਕ ਦੇ ਗੁਣ ਗਾਵੇ, ਜੇ ਉਹ ਮਾਲਕ ਦੇ ਗੁਣ ਗਾ ਗਾ ਕੇ ਉਹ ਨਾਮ ਤੱਕ ਪਹੁੰਚੇ, ਉਹ 'ਚ ਸਮਾ ਜਾਵੇ ਅਤੇ ਉਹ ਰੱਜ ਜਾਵੇ। ਨਾਨਕ ਭੁੱਖਾ ਤਾਂ ਰੱਜੇ, ਜੇ ਗੁਣ ਕਹਿ ਗੁਣੀ ਸਮਾਏ। ਵੀ ਇਹ ਭੁੱਖੇ ਨੇ ਫੇਰ ਰੱਜਣਾ ਜੇ ਮਾਲਕ ਦੇ ਗੁਣ ਗਾਏਗਾ, ਅਤੇ ਜੇ ਗੁਣ ਗਾਉਂਦਾ ਨਹੀਂ ਤਾਂ ਇਹਨੇ ਰੱਜਣਾ ਥੋੜ੍ਹੀ। ਸੰਸਾਰ ਦਾ ਜਿੰਨਾ ਮਰਜ਼ੀ ਇਕੱਠਾ ਕਰੀ ਜਾਵੇ। ਹੁਣ ਇਹੋ ਜੀਵਾਂ ਨੂੰ ਭਰਮ ਪਿਆ ਸੰਸਾਰ ਦੇ ਵਿੱਚ, ਉਹ ਸੰਸਾਰ ਦਾ ਤਾਂ ਇਕੱਠਾ ਕਰਨ ਲੱਗੇ, ਦਿਨ ਰਾਤ ਲੱਗੇ ਹੋਏ ਨੇ। ਅਤੇ ਜੇ ਉਹ ਆਖਣਗੇ ਵੀ ਸਾਡੀ ਭੁੱਖ ਖਤਮ ਹੋ ਜਾਏਗੀ, ਉਹ ਖਤਮ ਥੋੜ੍ਹੀ ਹੋਣੀ, ਉਹ ਤਾਂ ਹੋਰ ਵੱਧਦੀ ਜਾਣੀ ਅੱਗੇ ਦੀ ਅੱਗੇ। ਜੇ ਹੁਣ ਉਹੀਓ ਅਸੀਂ ਮਾਲਕ ਦੇ ਗੁਣ ਗਾਉਣੇ ਸ਼ੁਰੂ ਕਰੀਏ, ਅਸੀਂ ਉਹਦਾ ਸਿਮਰਨ ਕਰਨਾ ਸ਼ੁਰੂ ਕਰੀਏ, ਅਸੀਂ ਸਤ ਸੰਗਤ ਕਰੀਏ, ਅਸੀਂ ਜੋ ਗੁਰਬਾਣੀ ਗੁਰੂ ਕਹਿ ਰਹੇ ਉਹਨਾਂ ਦਾ ਆਖਿਆ ਮੰਨੀਏ, ਅਸੀਂ ਨਾਮ ਧਨ ਦੀ ਕਮਾਈ ਕਰੀਏ, ਨਾਮ ਤੱਕ ਪਹੁੰਚੀਏ, ਸਾਡੇ ਮਨ ਦੀ ਤ੍ਰਿਪਤੀ ਹੋ ਜੇ, ਸਾਡਾ ਮਨ ਰੱਜ ਜੇ, ਇਹਨੂੰ ਸਬਰ ਸੰਤੋਖ ਆ ਜੇ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਬਈ ਇਹੀਓ ਜਦੋਂ ਅਸੀਂ ਸਿਮਰਨ ਕਰਦੇ ਹਾਂ, ਪਾਉਣ ਤੋਂ ਅਲੱਗ ਹੁੰਦੇ ਹਾਂ, ਅਲੱਗ ਹੋ ਕੇ ਅਸੀਂ ਉਹ ਨਾਮ ਨੂੰ, ਸ਼ਬਦ ਗੁਰੂ ਨੂੰ ਸੁਣਦੇ ਹਾਂ, ਫਿਰ ਇਹ ਭਗਤੀ ਹੈ, ਫਿਰ ਮਾਲਕ ਸਾਡੇ ਨਾਲ ਪ੍ਰੇਮ ਕਰਦੀ। ਇਸ ਨੂੰ ਮਹਾਰਾਜ ਕਹਿੰਦੇ ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ, ਅਖੰਡ ਭਗਤ ਨਾ ਹੋਵੇ ਦੁਬਦਾ ਬੋਲ ਅਖਬਾਰ। ਬਈ ਪਰਮਾਤਮਾ ਦਾ ਪਿਆਰ ਹੀ ਇਹ ਭਗਤੀ ਹੈ। ਬਈ ਉਹ ਪਿਆਰ ਫੇਰ ਹੀ ਜਦੋਂ ਅਸੀਂ ਆਪਦੇ ਘਰ ਚਲੇ ਜਾਵਾਂਗੇ, ਜਦੋਂ ਚੌਥੇ ਪਦ ਵਿੱਚ ਚਲੇ ਜਾਵਾਂਗੇ, ਜਦੋਂ ਅਸੀਂ ਹੁਕਮ ਦੇ ਵਿੱਚ ਆ ਜਾਵਾਂਗੇ ਅਤੇ ਮਾਲਕ ਸਾਨੂੰ ਪਿਆਰ ਕਰਦੇ ਵੀ ਬੱਚਾ ਘਰ ਆ ਗਿਆ। ਆਹੋ ਹੁਣ ਕਿਵੇਂ ਅਸੀਂ ਉਹ ਪ੍ਰੇਮਾ ਭਗਤੀ ਤੱਕ ਪਹੁੰਚਣਾ, ਕਿਵੇਂ ਨਾਮ ਤੱਕ ਪਹੁੰਚਣਾ, ਉਹਦੇ ਵਾਸਤੇ ਮਹਾਰਾਜ ਆਪਾਂ ਨੂੰ ਇਹ ਸਿਮਰਨ ਦੱਸਦੇ ਵੀ ਇਹ ਸਿਮਰਨ ਕਰਕੇ ਪਹਿਲਾਂ ਇਸ ਸੰਸਾਰ ਸਾਗਰ ਤੋਂ ਪਾਰ ਹੋਵੋ, ਇਹ ਵਿਚਾਰਾਂ ਤੋਂ, ਫੁਰਨਿਆਂ ਤੋਂ, ਇਹਨਾਂ ਤੱਤਾਂ ਤੋਂ ਮਨ ਨੂੰ ਪਾਰ ਲੈ ਕੇ ਜਾਓ। ਜਦੋਂ ਅਸੀਂ ਇਹਨਾਂ ਤੋਂ ਪਾਰ ਚਲੇ ਗਏ, ਉਹ ਹੱਦਬੰਦੀ 'ਤੇ ਚਲੇ ਗਏ, ਉੱਥੇ ਫਿਰ ਉਹ ਬੇੜਾ ਹੈ ਸਤਿਗੁਰ, ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਹੈ ਬੋਹਿਥਾ ਸ਼ਬਦ ਲਗਾਵਣ ਹਾਰ, ਤਿੱਥੇ ਪਵਨ ਨਾ ਪਾਵ ਕੋ ਨਾ ਜਲ ਨਾ ਆਕਾਰ। ਬਈ ਉੱਥੇ ਆ ਪੌਣ ਪਾਣੀ ਅਗਨ ਖਤਮ ਹੋ ਜਾਂਦੇ, ਉੱਥੇ ਆਕਾਰ ਖਤਮ ਹੋ ਜਾਂਦਾ ਸੀ, ਉਹ ਆਕਾਰ ਤੋਂ ਉੱਪਰ ਉੱਠ ਗਈ ਅਤੇ ਉੱਥੇ ਸਾਡੀ ਸੁਰਤੀ ਹੈ ਮਨ। ਉਹ ਮਨ ਨੇ ਸਾਡੇ ਨੇ ਫਿਰ ਅੱਗੇ ਉਹ ਭਵ ਸਾਗਰ ਤੋਂ ਪਾਰ ਹੋਣਾ, ਭਵ ਜਲ ਤੋਂ ਪਾਰ ਹੋਣਾ, ਉਹ ਸ਼ਬਦ ਦੁਆਰਾ। ਹੁਣ ਉਹ ਸ਼ਬਦ ਤੱਕ ਪਹੁੰਚਣ ਵਾਸਤੇ ਇਹ ਅਸੀਂ ਸਿਮਰਨ ਕਰ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ ਜਿਉਂ-ਜਿਉਂ ਆਪਾਂ ਇਸ ਸਿਮਰਨ ਅਭਿਆਸ ਕਰਦੇ ਜਾਂਦੇ ਹਾਂ, ਪਹਿਲਾਂ ਆਪਾਂ ਵੈਖਰੀ ਬਾਣੀ ਵਿੱਚ ਕਰਨਾ ਬੋਲ ਕੇ ਉੱਚੀ ਆਵਾਜ਼ ਦੇ ਵਿੱਚ ਵੀ ਤਾਂ ਕਿ ਅਸੀਂ ਆਪਦੀ ਆਵਾਜ਼ ਨੂੰ ਆਪ ਸੁਣ ਸਕੀਏ। ਫਿਰ ਆਪਾਂ ਹੌਲੀ ਹੌਲੀ ਅੰਤਰਮੁਖੀ ਹੋ ਜਾਂਦੇ, ਜਦ ਸਾਡੀ ਸੁਰਤੀ ਕੰਠ 'ਤੇ ਚਲੀ ਜਾਂਦੀ, ਉਹਨੂੰ ਮੱਧਮਾ ਬਾਣੀ ਕਹਿੰਦੀ। ਆਪਾਂ ਚੁੱਪ ਕਰਕੇ ਅੰਦਰੋਂ ਸਵਾਸਾਂ ਨਾਲ ਕਰਨਾ ਸ਼ੁਰੂ ਕਰ ਦਿੱਤਾ। ਫਿਰ ਅਸੀਂ ਜਦੋਂ ਹੋਰ ਸਹਿਜ ਵਿੱਚ ਚਲੇ ਗਏ, ਜਿਹਨੂੰ ਆਪਾਂ ਕਹਿੰਦੇ ਜਾਗੋ ਮੀਠੀ, ਉਹਨੂੰ ਸਪੋਕਸ ਅਵਸਥਾ ਕਹਿੰਦੇ ਵੀ ਸਾਨੂੰ ਨੀਂਦ ਵੀ ਆਈ ਹੁੰਦੀ ਅਤੇ ਅਸੀਂ ਜਾਗਦੇ ਵੀ ਹੁੰਦੇ। ਜਿਵੇਂ ਜਿਹਨੂੰ ਆਪਾਂ ਆਮ ਕਹਿੰਦੇ ਨੇ ਜਾਗੋ ਮੀਠੀ, ਵੀ ਮੈਂ ਪਿਆ ਸੀ ਪਰ ਜਾਗੋ ਮਿੱਟੀ 'ਚ ਪਿਆ ਸੀ, ਵੀ ਨਾਲੇ ਮੈਨੂੰ ਇੱਧਰਲਾ ਵੀ ਸੁਣੀ ਜਾਂਦਾ ਸੀ ਅਤੇ ਉੱਦਾਂ ਮੈਂ ਸੁੱਤਾ ਵੀ ਪਿਆ ਸੀ। ਕਈ ਵਾਰੀ ਜਿਵੇਂ ਆਪਾਂ ਨੂੰ ਆਪਣੇ ਘਰਾੜੇ ਹੀ ਸੁਣੀ ਜਾਂਦੇ ਹੁੰਦੇ, ਆਪ ਹੀ ਆਪਣਾ ਮਨ ਜਾਗਦਾ ਹੁੰਦਾ, ਉਹ ਆਪਾਂ ਨੂੰ ਘਰਾੜੇ ਵੀ ਸੁਣੀ ਜਾਂਦੇ ਅਤੇ ਉੱਦਾਂ ਆਪਾਂ ਉਹ ਦੇਖਣ ਨੂੰ ਲੱਗਦਾ ਵੀ ਸੁੱਤੇ ਪਏ ਨੇ। ਉਹਨੂੰ ਕਹਿੰਦੇ ਫਿਰ ਬਸੰਤੀ ਬਾਣੀ ਵਿੱਚ ਵੀ ਉੱਥੇ ਚਲੇ ਗਏ ਸਹਿਜ ਦੇ ਵਿੱਚ। ਫਿਰ ਉਸ ਤੋਂ ਅੱਗੇ ਜਦੋਂ ਅਸੀਂ ਉਹ ਅਵਸਥਾ 'ਚ ਬੈਠਦੇ, ਫਿਰ ਅੱਗੇ ਪਾਰਾ ਬਾਣੀ ਸ਼ੁਰੂ ਹੁੰਦੀ, ਜਿਹਨੂੰ ਪਾਰ ਬ੍ਰਹਮ ਦੀ ਬਾਣੀ ਕਹਿੰਦੇ, ਜਿਹਨੂੰ ਫਿਰ ਇਹ ਨਾਮ ਕਹਿੰਦੇ ਸਹਿਜ ਧੁਨ। ਫਿਰ ਅਸੀਂ ਉਹਨੂੰ ਸੁਣਨਾ ਸ਼ਬਦ ਨੂੰ, ਫਿਰ ਉਹ ਸ਼ਬਦ ਦੁਬਾਰਾ ਅਸੀਂ ਅੱਗੇ ਚੱਲਣਾ। ਹੁਣ ਇਸ ਵਾਸਤੇ ਆਪਾਂ ਇਹ ਵੱਧ ਤੋਂ ਵੱਧ ਅਭਿਆਸ ਕਰਨਾ। ਪਹਿਲਾਂ ਵੈਖਰੀ ਬਾਣੀ ਵਿੱਚ, ਫਿਰ ਮੱਧਮਾ, ਫਿਰ ਹੌਲੀ ਹੌਲੀ ਅੰਤਰਗਤ ਸਹਿਜ ਦੇ ਵਿੱਚ ਹੁੰਦੇ ਜਾਣਾ ਹੁੰਦਾ, ਤਾਂ ਕਿ ਅਸੀਂ ਉਹ ਨਾਮ ਤੱਕ ਪਹੁੰਚੀ, ਉਹ ਸ਼ਬਦ ਗੁਰੂ ਤੱਕ ਪਹੁੰਚੀ, ਪਾਰਾ ਬਾਣੀ ਤੱਕ ਪਹੁੰਚੀ। ਉਹਦੇ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਬਹਿੰਦੇ ਉੱਠਦੇ, ਕੰਮ ਕਾਰ ਕਰਦੇ, ਇਹ ਆਪਾਂ ਸਿਮਰਨ ਕੀਤੀ ਜਾਣਾ। ਜਦੋਂ ਅਸੀਂ ਇਹ ਦਿਨ ਦੇ ਸਮੇਂ ਸਿਮਰਨ ਕਰਦੇ ਰਹਾਂਗੇ, ਫਿਰ ਜਦੋਂ ਆਪਾਂ ਕੰਮ ਤੋਂ ਵਿਹਲੇ ਹੋਵਾਂਗੇ, ਸਾਨੂੰ ਸਹਿਜ ਵਿੱਚ ਜਾਣਾ ਸੌਖਾ ਹੋਏ। ਫਿਰ ਆਪਣੇ ਇੰਨੇ ਵਿਚਾਰ ਨਹੀਂ ਬਣਦੇ। ਜਦੋਂ ਅਸੀਂ ਕੰਮ ਤੋਂ ਵਿਹਲੇ ਹੋ ਕੇ ਬੈਠਾਂਗੇ, ਆਪਣਾ ਮਨ ਛੇਤੀ ਸਹਿਜ ਦੇ ਵਿੱਚ ਚਲਾ ਜਾਏਗਾ, ਸਾਨੂੰ ਜ਼ਿਆਦਾ ਸਿਮਰਨ ਕਰਨ ਦੀ ਲੋੜ ਨਹੀਂ ਪਏਗੀ। ਜੇ ਹੁਣ ਆਪਾਂ ਕੰਮ ਕਾਰ ਕਰਦੇ ਸਿਮਰਨ ਨਹੀਂ ਕਰਦੇ, ਫਿਰ ਉਹੀਓ ਕਰਮ ਦੇ ਸਾਡੇ ਅੰਦਰ ਵਿਚਾਰ ਦ੍ਰਿੜ ਹੋਈ ਜਾਂਦੇ। ਜਦੋਂ ਆਪਾਂ ਫਿਰ ਵਿਹਲੇ ਬਹਿ ਕੇ ਸਿਮਰਨ ਕਰਨਾ ਸ਼ੁਰੂ ਕਰਾਂਗੇ, ਸਾਡੇ ਅੰਦਰ ਉਹੀਓ ਵਿਚਾਰ ਚੱਲੀ ਜਾਣੇ ਫੁਰਨੇ, ਉਹੀਓ ਮੈਲ ਹੈ।
ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਨਾਲ ਨਾਲ ਸਿਮਰਨ ਕਰਦੇ ਰਹੋ, ਵੀ ਤਾਂ ਕਿ ਮੈਲ ਨਾਲ ਦੀ ਨਾਲ ਸਾਡੀ ਲਹਿੰਦੀ ਜਾਵੇ। ਇਸ ਨੂੰ ਮਹਾਰਾਜ ਕਹਿੰਦੇ ਸਿਮਰ ਸਿਮਰ ਹਰ ਕਾਰਨ ਕਰਨਾ, ਵੀ ਕੋਈ ਵੀ ਕੰਮ ਕਰਦੇ ਨਾਲ ਸਿਮਰਨ ਕਰਨਾ। ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਹੱਥਾਂ ਪੈਰਾਂ ਨਾਲ ਆਪਾਂ ਕਰਮ ਕਰਦੇ, ਮੁੱਖ ਦੁਆਰਾ ਨਾਲ ਸਿਮਰਨ ਕਰੀ ਜਾਓ। ਉਹ ਗੱਲਾਂ ਨਾ ਕਰੋ ਜਿਨ੍ਹਾਂ ਦਾ ਕੋਈ ਮਤਲਬ ਨਹੀਂ। ਆਪਾਂ ਨੂੰ ਕਹਿੰਦੇ ਵੀ ਸੰਸਾਰ ਦੇ ਹੋਰਾਂ ਜੀਵਾਂ ਦੀਆਂ ਗੱਲਾਂ ਨਾ ਕਰੋ ਬਾਹਲੀਆਂ। ਜਿਵੇਂ ਆਮ ਜੀਵਾਂ ਦੀ ਆਦਤ ਹੁੰਦੀ ਵੀ ਕੌਣ ਕੀ ਕਰਦਾ, ਕਿਹਦੇ ਘਰੇ ਕੀ ਹੋ ਰਿਹਾ, ਕਿਹਨੇ ਕੀ ਕੀਤਾ, ਆਪਾਂ ਕੀ ਲੈਣਾ ਕੌਣ ਕੀ ਕਰ ਰਿਹਾ। ਆਪਾਂ ਆਪਦੇ ਤੱਕ ਸੀਮਤ ਹੋਣਾ, ਕਿਉਂਕਿ ਸਭ ਦਾ ਆਪੋ ਆਪਣਾ ਖੇਲ ਹੈ। ਜੋ ਵੀ ਕਰ ਰਿਹਾ ਮਾਲਕ ਨੂੰ ਦੇਖ ਹੀ ਰਿਹਾ, ਅੰਦਰੋਂ ਬਾਹਰੋਂ। ਕੋਈ ਉਹ ਮਾਲਕ ਤੋਂ ਬਾਹਰ ਥੋੜ੍ਹੀ ਕਰ ਰਿਹਾ, ਮਾਲਕ ਅੰਦਰੋਂ ਵੀ ਦੇਖਦਾ ਬਾਹਰੋਂ ਵੀ ਦੇਖਦਾ। ਆਪਾਂ ਨੂੰ ਇਹ ਅਖਤਿਆਰ ਨਹੀਂ ਹੈ ਵੀ ਅਸੀਂ ਕਿਸੇ ਦੇ ਔਗਣ ਦੇਖੀਏ ਜਾਂ ਅਸੀਂ ਔਗਣਾਂ ਦੀ ਸਾਂਝ ਪਾਈਏ। ਆਪਾਂ ਕੋਈ ਕਿਸੇ ਦੇ ਮਾਲਕ ਥੋੜ੍ਹੀ ਆ, ਜਾਂ ਉਹ ਆਪਣਾ ਕੋਈ ਗੁਲਾਮ ਥੋੜ੍ਹੀ ਹੈ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਦੇਖਣਾ ਹੀ ਹੈ ਕਿਸੇ 'ਚ, ਜੇ ਤੁਹਾਨੂੰ ਕੋਈ ਗੁਣ ਚੰਗਾ ਲੱਗਦਾ ਤੁਸੀਂ ਉਹ ਗੁਣ ਦੇਖ ਲਓ, ਗੁਣ ਨੂੰ ਗ੍ਰਹਿਣ ਕਰ ਲਓ। ਜਿਹੜੇ ਔਗਣ ਨੇ ਔਗਣ ਨਹੀਂ ਦੇਖਣੇ, ਔਗਣਾਂ ਦੀ ਸਾਂਝ ਨਹੀਂ ਪਾਉਣੀ। ਮਹਾਰਾਜ ਕਹਿੰਦੇ ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਬਈ ਔਗਣਾਂ ਨੂੰ ਤਾਂ ਆਪਾਂ ਛੱਡਣਾ, ਸਿਮਰਨ ਇਸੇ ਕਰਕੇ ਤਾਂ ਕਰ ਰਹੇ ਹਾਂ ਵੀ ਸਾਡੇ ਮੈਲ ਉਤਰੇ। ਅਤੇ ਜੇ ਅਸੀਂ ਫੇਰ ਉਹੀਓ ਗੱਲਾਂ ਕਰਾਂਗੇ ਉਹ ਤਾਂ ਫੇਰ ਮੈਲ ਚੜ੍ਹ ਜਾਣੀ ਸਾਡੇ 'ਚ। ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਵੱਧ ਤੋਂ ਵੱਧ ਸਿਮਰਨ ਕਰੋ, ਸ਼ਬਦ ਦੀ ਵਿਚਾਰ ਕਰੋ। ਜੇ ਅਸੀਂ ਬੋਲਣ ਤੋਂ ਬਿਨਾਂ ਰਹਿ ਸਕਦੇ, ਵੀ ਸਾਨੂੰ ਆਦਤ ਹੀ ਬੋਲਣ ਦੀ, ਫਿਰ ਗੁਰਬਾਣੀ ਗੁਰੂ ਦੀ ਵਿਚਾਰ ਕਰੋ। ਬਈ ਜਿਹਦੇ ਕੋਲ ਬਹਿੰਦੇ ਉੱਠਦੇ ਹਾਂ ਉਹਨੂੰ ਦੱਸੋ ਵੀ ਸਾਨੂੰ ਗੁਰਬਾਣੀ ਗੁਰੂ ਆਹ ਕਹਿੰਦੇ ਨੇ, ਸਾਨੂੰ ਆਹ ਸਮਝਾਉਂਦੇ ਨੇ, ਤਾਂ ਕਿ ਅਗਲੇ ਦਾ ਵੀ ਭਲਾ ਹੋਵੇ, ਉਹਦੇ ਵੀ ਮਨ ਨੂੰ ਕੋਈ ਸ਼ਾਂਤੀ ਆਵੇ। ਜੇ ਹੁਣ ਸਾਹਮਣੇ ਵਾਲਾ ਹੀ ਨਿੰਦਾ ਚੁਗਲੀ ਕਰਦਾ, ਜੇ ਆਪਾਂ ਵੀ ਉਹਦੇ ਨਾਲ ਸ਼ਾਮਲ ਹੋ ਗਏ ਅਤੇ ਫਿਰ ਉਹਨੇ ਤਾਂ ਆਪਣੇ 'ਤੇ ਵੀ ਮੈਲ ਚਾੜ੍ਹ ਦੇਣੀ ਨਾਲ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਵੱਧ ਤੋਂ ਵੱਧ ਸਿਮਰਨ ਕਰੋ, ਸ਼ਬਦ ਦੀ ਵਿਚਾਰ ਕਰੋ, ਅਤੇ ਵੱਧ ਤੋਂ ਵੱਧ ਸਤਸੰਗਤ ਕਰੋ। ਇਹ ਜੋ ਸਾਰਾ ਭੇਦ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਦਿੱਤਾ, ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਗੁਰਮੁਖਾਂ ਨੇ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਇਹ ਗਿਆਨ ਬਖਸ਼ਿਸ਼ ਕੀਤਾ, ਉਸੇ ਨੂੰ ਆਪਾਂ ਦ੍ਰਿੜ ਕਰਦੇ ਵੀ ਤਾਂ ਕਿ ਸਾਡੇ ਮਨ ਨੂੰ ਸਮਝ ਲੱਗ ਜੇ, ਸਾਡੇ ਹਿਰਦੇ ਵਿੱਚ ਬੈਠ ਜੇ ਗਿਆਨ, ਤਾਂ ਕਿ ਆਪਾਂ ਆਪਦੇ ਜੀਵਨ ਦਾ ਲਾਹਾ ਖੱਟ ਕੇ ਤੋਂ ਵਾਪਸ ਜਾਈਏ, ਆਪਾਂ ਵੀ ਪਾਉਣ ਤੋਂ ਅਲੱਗ ਹੋਈਏ, ਵੀ ਉਹ ਸ਼ਬਦ ਗੁਰੂ ਨਾਲ ਜੁੜੀਏ, ਸ਼ਬਦ ਗੁਰੂ ਦੀ ਅਰਾਧਨਾ ਕਰੀਏ, ਤਾਂ ਕਿ ਆਪਣੇ ਨਾਲ ਵੀ ਮਾਲਕ ਪ੍ਰੇਮ ਕਰਨ। ਜਿਹਨੂੰ ਮਹਾਰਾਜ ਕਹਿੰਦੇ ਫਿਰ ਹਰ ਭਗਤ ਹਰ ਕਾ ਪਿਆਰ ਹੈ, ਬਈ ਹਰੀ ਪਰਮਾਤਮਾ ਦਾ ਪਿਆਰ ਹੀ ਇਹ ਭਗਤੀ ਹੈ, ਇਹ ਪ੍ਰੇਮਾ ਭਗਤੀ। ਸੋ ਜਦੋਂ ਫਿਰ ਅਸੀਂ ਘਰ ਜਾਵਾਂਗੇ ਮਾਲਕ ਸਾਨੂੰ ਪਿਆਰ ਕਰਨਗੇ। ਇਸ ਵਾਸਤੇ ਹੁਣ ਆਪਾਂ ਘਰ ਜਾਣ ਲਈ ਵੱਧ ਤੋਂ ਵੱਧ ਅਭਿਆਸ ਕਰਨਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।